सत श्री अकाल जी। मैं हाँ हरजोत कौर हाजिर हाँ जी लैके तुहाडा अपना मनपसंद इमीग्रेशन शो उडारी विदेशा नूं। जी हाँ, असी जानते हाँ कि तुसी आस्ट्रेलिया बारे ही लगातार जो स्टूडेंट्स साडे कोल कॉल्स भी आंदी है, ईमेल्स भी आंदी हैं कि उसदे बारे होर दस्सिया जाए तो कई स्टूडेंट जो अपनी प्रोफाइल डिस्कस करना चाहते हैं इस शो दे विच। तो तुहाडा सारिਆਂ ਦਾ स्वागत है जी। आपां आस्ट्रेलिया ते खास तौर ते गल करन जा रहे हैं ते असी डिस्कशन दे लई अज स्टूडियो विच इनवाइट कीता है जी SAS मोहाली तो वीज़ा एक्सपर्ट मिस्टर सुभाष महाजन जी। बहुत बहुत स्वागत है जी। सत श्री अकाल। सत श्री अकाल मैम जी। ਜਿਹੜੀ ਗੁੱਡ ਨਿਊਜ਼ ਆਸਟ੍ਰੇਲੀਆ ਤੋਂ ਆਈ ਆ ਉਸ ਤੋਂ ਬਾਅਦ ਸਟੂਡੈਂਟਸ ਤਾਂ ਖੁਸ਼ ਹੈ ਹੀ ਹੈ, ਉਹਨਾਂ ਦੇ ਪੇਰੈਂਟਸ ਵੀ ਖੁਸ਼ ਨੇ ਵੀ ਸੋਨੇ ਤੇ ਸੁਹਾਗੇ ਵਾਲੀ ਉਹਨਾਂ ਨੇ ਗੱਲ ਕਰ ਦਿੱਤੀ ਹੈ ਕਿ 40 ਘੰਟੇ ਕੰਮ ਕਰਨ ਲਈ ਦੇ ਦਿੱਤੇ ਨੇ, ਅੰਬੈਸੀ ਫੀਸ ਮਾਫ ਕਰ ਦਿੱਤੀ ਹੈ। ਕਿਸ ਤਰੀਕੇ ਨਾਲ ਦੇਖਦੇ ਹੋ ਇਹ ਸਭ? ਜੀ ਬਿਲਕੁਲ, ਮੈਂ ਤਾਂ ਇਹੀ ਕਹੂੰਗਾ ਜੀ ਆਸਟ੍ਰੇਲੀਆ ਨੇ ਬਹੁਤ ਵੱਡਾ ਇੱਕ ਉਪਰਾਲਾ ਦਿੱਤਾ ਜੀ। ਹੁਣ ਕਹਿੰਦੇ ਨੇ ਕਿ ਅੱਜ ਇੱਕ ਮੇਰੇ ਕੋਲ ਕਲਾਇੰਟ ਆਇਆ ਦਾ ਸੀ, ਕਹਿੰਦਾ ਭਾਜੀ ਅੱਜ ਦੇ ਟਾਈਮ ਤੇ ਨਾ ਹੁਣ ਤਾਂ ਵੇਖਿਆ ਜਾਏ ਕਹਿੰਦੇ ਨਾ ਕਿ ਵਗਦੀ ਗੰਗਾ ਦੇ ਵਿੱਚ ਤੁਸੀਂ ਵੀ ਨਹਾ ਲਓ, ਕਹਿੰਦਾ ਭਾਜੀ ਇੱਕ ਦੋ ਮੱਗਾ ਸਾਡੇ ਉੱਤੇ ਵੀ ਪਾ ਦਿਓ ਜੀ। ਸੋ ਗੱਲ ਇਹ ਹੈਗੀ ਹੈ, ਕੰਸਰਨ ਦੀ ਗੱਲ ਕੀਤਾ ਜਾਏ ਕਿ ਆਸਟ੍ਰੇਲੀਆ ਬਹੁਤ ਗੋਲਡਨ ਅਪਰਚੂਨਿਟੀਜ਼ ਲੈ ਕੇ ਆਇਆ ਕਿਉਂਕਿ ਜਿੰਨਾ ਸਾਨੂੰ ਨੇ ਵੇਟ ਕਰਵਾਇਆ ਉਸੇ ਅਕੋਰਡਿੰਗ ਹੀ ਸਾਨੂੰ ਨੇ ਪੇ ਬੈਕ ਕੀਤਾ। ਹੁਣ ਐਕਚੁਅਲੀ ਗੱਲ ਕਰੀਏ ਆਸਟ੍ਰੇਲੀਆ ਦੀ, ਹੁਣ ਆਸਟ੍ਰੇਲੀਆ ਦੇ ਰਿਜ਼ਲਟ ਸੁਣਨ ਦੇ ਵਿੱਚ ਨਿੱਤ ਤੁਸੀਂ ਉੱਠੋ ਨਵੇਂ ਅਪਡੇਟ, ਨਵੀਆਂ ਚੀਜ਼ਾਂ, ਨਵੇਂ ਰੂਲਸ। ਹੁਣ ਐਕਚੁਅਲੀ ਕੀ ਸੀ ਕਿ ਆਸਟ੍ਰੇਲੀਆ ਨੇ ਇੰਨਾ ਜ਼ਬਰਦਸਤ ਹੋ ਗਿਆ, ਉਹਨਾਂ ਨੇ ਆਪਣਾ ਬੰਨ ਤੋੜਿਆ ਤੇ ਉਹਦੇ ਵਿੱਚ ਆਪਾਂ ਨੂੰ ਕਾਫੀ ਚੀਜ਼ਾਂ ਫੇਵਰ 'ਚ ਦਿੱਤੀਆਂ। ਹੁਣ ਕੁਝ ਕੁ ਸਟੋਰੀਆਂ ਸੁਣਨ ਚਾਹੀਏ ਕਿ ਬੱਚੇ ਦਾ ਅੱਧੇ ਘੰਟੇ 'ਚ ਵੀਜ਼ਾ ਆ ਗਿਆ, 24 ਘੰਟੇ ਨਹੀਂ ਪੂਰੇ ਵੀਜ਼ਾ ਆ ਗਿਆ। ਸੋ ਬਾਈ ਜੀ ਇਟਸ ਏ ਗੋਲਡਨ ਪੀਰੀਅਡ। ਜੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤੇ ਆਸਟ੍ਰੇਲੀਆ ਨੂੰ ਤੁਸੀਂ ਅਚੀਵ ਕਰ ਸਕਦੇ ਹੋ। ਇਸ ਟਾਈਮ ਸਿਨੈਰੀਓ ਵੀ ਗੁੱਡ ਹੈ ਔਰ ਇਸ ਟਾਈਮ ਕੀ ਹੈਗਾ ਕਿ ਆਸਟ੍ਰੇਲੀਆ ਬਹੁਤ ਜ਼ਿਆਦਾ ਲੀਨੀਅੰਟ ਹੈ ਕਿ ਬਾਈ ਆਓ ਤੁਸੀਂ ਫਾਈਲ ਲੱਗੀ 24 ਘੰਟੇ ਵੀ ਨਹੀਂ ਪੂਰੇ ਹੋਏ ਸਾਡੇ 17 ਵੀਜ਼ੇ ਆ ਗਏ। ਸੋ ਇਟਸ ਏ ਗੋਲਡਨ ਅਪਰਚੂਨਿਟੀ। ਮੈਂ ਬਾਰ-ਬਾਰ ਕਹਿ ਰਿਹਾ ਕੋਈ ਜ਼ਰੂਰਤ ਨਹੀਂ ਕਿ ਬਾਈ ਡਿਲੇ ਕਰੀਏ, ਕਿਵੇਂ ਕਰੀਏ, ਪਰ ਉਹ ਪੈਸੇ ਨਹੀਂ ਹੈਗੇ। ਹਰ ਇੱਕ ਚੀਜ਼ ਦਾ ਤੁਹਾਨੂੰ ਇੱਕ ਡਿਜ਼ਾਇਰੇਬਲ ਪੈਕੇਜ ਦੇਵਾਂਗੇ ਕਿ ਜਿਹਦੇ ਵਿੱਚ ਤੁਹਾਡੀ ਆਪਾਂ ਹਰ ਇੱਕ ਚੀਜ਼ ਨੂੰ, ਹਰ ਇੱਕ ਫੈਸਿਲਿਟੀ ਨੂੰ, ਕਿਸੇ ਚੀਜ਼ ਤੁਹਾਨੂੰ ਪੇਪਰ ਵਰਕ ਦੇ ਵਿੱਚ ਦਿੱਕਤ ਆ ਰਹੀ ਹੈ, ਫੰਡ ਸ਼ੋਅ ਕਰਨ ਵਿੱਚ ਦਿੱਕਤ ਆ ਰਹੀ ਹੈ, ਤੁਸੀਂ ਆਪਣੀ ਪ੍ਰੋਫਾਈਲ ਨੂੰ ਲੈ ਕੇ ਆਪਣੇ ਆਪ ਨੂੰ ਅਸੈਸ ਨਹੀਂ ਕਰ ਰਹੇ, ਜੋ ਸਾਡੀ ਕੰਪਨੀ ਦਾ ਵੈਲ ਟ੍ਰੇਨ ਸਟਾਫ ਹੈਗਾ ਤੁਹਾਨੂੰ ਪ੍ਰੋਪਰਲੀ ਉਸ ਚੀਜ਼ ਦੇ ਰਿਗਾਰਡਿੰਗ ਅਵੇਅਰ ਕੀਤਾ ਜਾਊਗਾ ਕਿ ਐਗਜ਼ੈਕਟ ਤੁਹਾਡੀ ਪ੍ਰੋਫਾਈਲ ਦੇ ਉੱਤੇ ਕਿਸ ਤਰ੍ਹਾਂ ਦਾ ਸਿਨੈਰੀਓ ਰਹੂਗਾ, ਕਿਆ ਲੋਕੇਸ਼ਨ ਰਹੇਗੀ। ਸੋ ਆਸਟ੍ਰੇਲੀਆ ਹੀ ਹੋਈ ਪਈ ਹੈ। ਬਿਲਕੁਲ। ਸੋ ਕਾਲਰਸ ਵੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਲੁਧਿਆਣੇ ਤੋਂ ਗੱਲ ਕਰ ਰਿਹਾ ਜੀ, ਗੁਰਪ੍ਰੀਤ। ਹਾਂਜੀ ਗੁਰਪ੍ਰੀਤ ਜੀ, ਕੀ ਸਵਾਲ ਹੈ ਤੁਹਾਡਾ? ਮੈਂ ਜੀ ਆਸਟ੍ਰੇਲੀਆ ਦਾ ਪੁੱਛਣਾ ਸੀਗਾ। ਮੈਂ +2 ਕੀਤੀ ਹੈ 2020 ਦੇ ਵਿੱਚ। ਓਕੇ। ਹਾਂਜੀ, ਔਰ ਮੇਰੇ ਨਾ 75% ਹੈਗੇ ਨੰਬਰ। ਠੀਕ ਹੈ। ਹਾਂਜੀ, ਅੱਛਾ ਮੇਰੇ ਜੀ 5.5 ਨੇ ਹੈਗੇ ਓਵਰਆਲ। ਅੱਛਾ ਜੀ, ਠੀਕ ਹੈ। ਹਾਂ, ਤੇ 2 ਚੋਂ ਮੇਰੇ 5 ਨੇ ਜੀ। ਤੇ ਮੈਂ ਉਹ ਪੁੱਛਣਾ ਸੀਗਾ ਵੀ ਹੋ ਜਾਏਗਾ ਮੇਰਾ ਆਸਟ੍ਰੇਲੀਆ ਦਾ ਅਗਰ ਅਸੀਂ ਆਫਟਰ ਵੀਜ਼ਾ ਦੇਣਾ ਹੋਵੇ? ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਆਪਣਾ ਜਵਾਬ। ਜੀ ਬਿਲਕੁਲ ਗੁਰਪ੍ਰੀਤ, ਤੁਸੀਂ ਇਸ ਪ੍ਰੋਫਾਈਲ ਦੇ ਨਾਲ ਆਸਟ੍ਰੇਲੀਆ ਅਪਰੋਚ ਕਰ ਸਕਦੇ ਹੋ। ਹੁਣ ਐਕਚੁਅਲੀ ਗੱਲ ਕਰਦੇ ਹਾਂ ਜਦੋਂ ਬੱਚੇ ਦੇ 5.5 ਰਹਿੰਦੇ ਆ, 1 ਚੋਂ 5 ਰਹਿ ਜਾਂਦੇ ਆ ਤੇ ਬੱਚਾ ਹਮੇਸ਼ਾ ਡਾਈਸੀ ਹੁੰਦਾ ਯਾਰ ਕੀ ਹੋਊਗਾ ਕੀ ਨਹੀਂ ਹੋਊਗਾ। ਬਿਲਕੁਲ ਗੁਰਪ੍ਰੀਤ, ਇਹਦੇ ਵਿੱਚ ਕੀ ਕੰਸਰਨ ਕੀ ਹੈਗਾ ਕਿ ਆਸਟ੍ਰੇਲੀਆ ਦੇ ਜਿੰਨੇ 3 ਲੈਵਲਸ ਆ, ਲੈਵਲ 1, ਲੈਵਲ 2, ਲੈਵਲ 3, ਇਹਨਾਂ ਦੇ ਵਿੱਚ ਤੁਹਾਨੂੰ ਅੱਛੇ ਕਾਲਜ ਦੇ ਵਿੱਚ ਅਸੀਂ ਐਡਮਿਸ਼ਨ ਪ੍ਰੋਵਾਈਡ ਕਰਾਵਾਂਗੇ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਪੈਕੇਜ ਦੀ ਕਿ ਬਿਲਕੁਲ ਡੀਅਰ, ਜੋ ਸਾਡੀ ਕੰਪਨੀ ਹੈਗੀ ਹੈ ਪੈਕੇਜ ਦੇ ਆਪਸ਼ਨਸ ਲੈ ਕੇ ਆਈ ਹੈ। ਜੋ ਮੇਜਰ ਸਿਨੈਰੀਓ ਜੇ ਅਸੀਂ ਅੱਜ ਦਾ ਜੇ ਆਪਾਂ ਹੋਰ ਟੌਪਿਕ ਰੱਖਿਆ ਸ਼ੋਅ ਦਾ ਹੀ ਰੱਖਿਆ ਆਸਟ੍ਰੇਲੀਆ, ਇਹਦੇ ਵਿੱਚ ਜ਼ਿਆਦਾ ਅਸੀਂ ਡਿਸਕਸ ਅਬਾਊਟ ਕਰਾਂਗੇ ਪੈਕੇजेस ਨੂੰ। ਹੁਣ ਡੀਅਰ ਸਾਡੇ ਕੋਲ ਇਸ ਪ੍ਰੋਫਾਈਲ ਦੇ ਜਾਂ ਕਹਿ ਲਓ ਕਿ ਓਵਰਆਲ ਪ੍ਰੋਫਾਈਲ ਦਾ ਆਸਟ੍ਰੇਲੀਆ ਦੇ ਲਈ ਸਾਡੇ ਕੋਲ 5 ਲੱਖ ਤੋਂ ਲੈ ਕੇ 15 ਲੱਖ ਤੱਕ ਦਾ ਪੈਕੇਜ ਹੈ ਕਿ ਜਿੰਨਾ ਗੁੜ ਪਾਈਏ ਉਨਾ ਮਿੱਠਾ। ਜੋ ਫੈਸਿਲਿਟੀਜ਼ ਤੁਸੀਂ ਸਾਡੇ ਐਂਡ ਤੋਂ ਲੈਣਾ ਚਾਹੁੰਦੇ ਹੋ। ਕੱਲਾ ਦੇਖੋ ਨਾ, ਆਪਾਂ ਜ਼ਿਆਦਾਤਰ ਸੁਣਦੇ ਹਾਂ ਕਿ ਪੈਕੇਜ ਕੱਲਾ ਟਿਊਸ਼ਨ ਫੀਸ ਦਾ, ਨਹੀਂ ਯਾਰ, ਟਿਊਸ਼ਨ ਫੀਸ ਤੋਂ ਬਾਅਦ ਵੀ ਹੇਅਰਸ ਅ ਨੰਬਰ ਆਫ ਸਿਨੈਰੀਓ ਕਿ ਜਿਹਦੇ ਵਿੱਚ ਕੱਲ ਨੂੰ ਬੱਚੇ ਨੂੰ ਦਿੱਕਤ ਆਉਂਦੀ ਹੈ, 에ਅਰਪੋਰਟ ਪਿਕਅਪ ਦੀ, ਰਹਿਣ ਸਹਿਣ ਦੀ, ਕਹਿ ਲਓ ਸਟੱਡੀ ਮਟੀਰੀਅਲ ਦੀ, ਅਕੋਮੋਡੇਸ਼ਨ ਦੀ। ਸੋ ਸਾਰੀਆਂ ਚੀਜ਼ਾਂ ਦਾ ਅਸੀਂ ਪੈਕੇजेस ਪ੍ਰੋਵਾਈਡ ਕਰਾਂਗੇ। ਹੁਣ ਗੱਲ ਕਰੀਏ ਗੁਰਪ੍ਰੀਤ ਜੇ ਪਾਰਟਿਕੂਲਰ ਤੁਹਾਡੀ ਪ੍ਰੋਫਾਈਲ ਦੇ ਉੱਤੇ, ਇਹਦੇ ਵਿੱਚ ਤੁਹਾਨੂੰ ਅਸੀਂ ਅੱਛਾ ਕਾਲਜ ਵਿਦ 1 ਸਾਲ ਦੀ ਫੀਸ ਦੇ ਨਾਲ, 6 ਮਹੀਨੇ ਦੀ ਫੀਸ ਦੇ ਨਾਲ, ਇੰਸ਼ੋਰੈਂਸ ਦੇ ਨਾਲ, ਜਿਵੇਂ ਦਾ ਤੁਸੀਂ ਪੈਕੇਜ ਕਹੋਗੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਹੁਣ ਮੈਡਮ ਜੇ ਮੈਂ ਗੱਲ ਕਰਾਂ ਕੱਲੇ ਪੈਕੇजेस ਦੀ, ਹੁਣ ਦੇਖੋ ਕੱਲਾ ਪੈਕੇਜ ਕਰਨਾ ਬੱਚੇ ਦਾ ਮੋਟੋ ਨਹੀਂ ਹੈ। ਹੁਣ ਤੁਸੀਂ ਅੱਜ ਤਾਂ ਸੋਚ ਰਹੇ ਹੋ ਯਾਰ ਆਪਣੇ ਪੈਸੇ ਨੂੰ ਬਚਾ ਰਹੇ ਹੋ ਕਿ ਬਾਈ ਜੀ ਵੀਜ਼ਾ ਆ ਜਾਊਗਾ, ਵੀਜ਼ਾ ਆਉਣ ਤੋਂ ਬਾਅਦ ਅਸੀਂ ਪੇ ਕਰਾਂਗੇ, ਪਰ ਲੇਕਿਨ ਐਕਚੁਅਲ ਅਸੀਂ ਸਮਝੀਏ ਕਿ ਪੈਕੇਜ ਦਾ ਮੋਟੋ ਕੀ ਹੈ। ਹੁਣ ਅੱਜ ਦਾ ਤੁਸੀਂ ਫੀਸ ਵੀਜ਼ਾ ਆਉਣ ਤੋਂ ਬਾਅਦ ਦੇ ਰਹੇ ਹੋ, ਕਿਆ ਕੀਤੇ ਇਹ ਚੀਜ਼ ਕੱਲ ਨੂੰ ਬੱਚੇ ਦੇ ਫਿਊਚਰ ਦੇ ਵਿੱਚ ਕੋਈ ਕੁਐਸਚਨ ਮਾਰਕ ਤਾਂ ਨਹੀਂ ਬਣੂਗੀ? ਜੀ ਬਿਲਕੁਲ। ਹੁਣ ਨੰਬਰ ਆਫ ਕੇਸਿਸ 'ਚ ਆਪਾਂ ਵੇਖਦੇ ਹਾਂ ਕਿ ਏਜੰਟ ਸਾਡਾ ਯਾਰ ਪ੍ਰਾਈਵੇਟ ਕਾਲਜ ਦਾ ਪੈਕੇਜ ਕਰ ਦਿੰਦੇ ਆ। ਹੁਣ ਯਾਰ ਤੁਸੀਂ ਪੈਕੇਜ ਕਰੋ, ਮੈਂ ਹਜੇ ਵੀ ਕਹਿ ਰਿਹਾ ਕਿ ਤੁਸੀਂ ਪੈਕੇਜ ਕਰੋ, ਪਰ ਤੁਸੀਂ ਇਹ ਵੇਖੋ ਕਿ ਕਿਆ ਤੁਹਾਨੂੰ ਜੋ ਤੁਹਾਨੂੰ ਪੈਕੇਜ ਦੇ ਵਿੱਚ ਕੋਰਸ ਦਿੱਤਾ ਜਾ ਰਿਹਾ ਕਿਆ ਉਹ ਕੋਰਸ ਉਸ ਕੰਟਰੀ ਦੀ PR ਲਿਸਟ ਵਿੱਚ ਹੈਗਾ ਕਿ ਤੁਹਾਨੂੰ ਵਰਕਿੰਗ ਰਾਈਟਸ ਹੈਗੇ ਆ, ਪੁਆਇੰਟਸ ਕ੍ਰੈਡਿਟ ਹੋਣਗੇ। ਅੱਜ ਤਾਂ ਅਸੀਂ ਸੋਚ ਰਹੇ ਕਿ ਨਹੀਂ ਜੀ ਨਹੀਂ, ਅਸੀਂ ਨਹੀਂ ਦਿੰਦੇ ਪੈਸੇ ਵੀਜ਼ਾ ਤੋਂ ਪਹਿਲੇ, ਸਾਰੇ ਪੈਸੇ ਵੀਜ਼ਾ ਤੋਂ ਬਾਅਦ ਦੇਵਾਂਗੇ।
ਸਾਰੀ ਦੁਨੀਆ ਲੈ ਰਹੀ ਹੈ, ਪਰ ਬਾਈ ਜੀ ਇਸ ਚੀਜ਼ ਨੂੰ ਸਮਝੋ ਕਿ ਜੇ ਤੁਸੀਂ ਪੈਕੇਜ ਕਰ ਰਹੇ ਹੋ, ਕਿਆ ਅੱਜ ਤਾਂ ਤੁਸੀਂ ਆਪਣੇ 4 ਪੈਸੇ ਬਚਾ ਲਏ, ਅੱਜ ਤਾਂ ਤੁਸੀਂ ਆਪਣੇ ਦਿਲ ਨੂੰ ਤਸੱਲੀ ਦੇ ਲਈ ਕਿ ਬਾਈ ਜੀ ਅਸੀਂ ਪੈਸੇ ਬਚਾ ਲਿਆ, ਅਸੀਂ ਫੀਸ ਵੀਜ਼ਾ ਆਉਣ ਤੋਂ ਬਾਅਦ ਦਿੱਤੀ ਹੈ, ਪਰ ਬਟ ਇਹ ਵੇਖੋ ਕਿ ਤੁਹਾਡਾ ਉਹ ਵੀਜ਼ਾ ਕੱਲ ਨੂੰ ਇਹ ਨਾ ਹੋਏ ਕਿ ਤੁਹਾਡਾ ਬੱਚਾ ਕੱਲ ਤੋਂ ਇੰਡੀਆ ਨੂੰ ਵਾਪਸ ਆ ਜਾਏ, ਪੀਆਰ ਲਈ ਐਲੀਜੀਬਲ ਹੀ ਨਾ ਹੋਵੇ। ਡੈਫੀਨਿਟਲੀ। ਦੇਖੋ ਐਕਚੁਅਲੀ ਮੈਮ ਉਹ ਇੱਕ ਚੀਜ਼ ਨੂੰ ਵੇਖੀ ਅਸੀਂ, ਜੇ ਅਸੀਂ ਬਾਹਰ ਗੋ ਅਬਰੋਡ ਜਾਣ ਦੀ ਸੋਚਦੇ ਹਾਂ, ਬਾਹਰ ਸਟੱਡੀ ਕਰਨ ਦੀ ਸੋਚ ਰਹੇ ਹਾਂ, ਉਹ 95% ਬੱਚਿਆਂ ਦਾ ਮਾਈਂਡ ਸੈਟਅਪ ਇਹੀ ਹੈ ਕਿ ਅਸੀਂ ਉੱਥੇ ਸੈਟਲ ਹੋਣਾ ਹੈ, ਠੀਕ ਹੈ। ਹੁਣ ਐਕਚੁਅਲੀ ਜੇ ਅਸੀਂ ਪੜਨ ਦੇ ਮੋਟੋ ਨਾਲ 5% ਹੀ ਜਾਂਦੇ ਆ, ਜਿੰਨੇ ਪੜਨਾ ਉਹਦੇ ਪੜ ਕੇ ਵੀ ਆਈਪੀਐਸ ਲੱਗ ਜਾਣਾ ਹੈ। ਹੁਣ ਜੇ ਆਪਾਂ ਸੈਟਲਮੈਂਟ ਲਈ ਚੱਲ ਰਹੇ ਹਾਂ, ਜੇ ਇੰਨੀ ਆਪਾਂ ਹੈਲਥ ਇਨਵੈਸਟਮੈਂਟ ਕਰ ਰਹੇ ਹਾਂ, ਸੋ ਉਸ ਚੀਜ਼ ਨੂੰ ਕਲੀਅਰ ਰੱਖੋ ਕਿ ਕੱਲਾ ਵੀਜ਼ਾ ਤੱਕ ਆਪਣੇ ਪੈਕੇਜ ਨੂੰ ਨਾ ਲੈ ਕੇ ਜਾਓ, ਤੁਸੀਂ ਤੁਹਾਡਾ ਪ੍ਰੋਪਰਲੀ ਜਿਹੜਾ ਤੁਸੀਂ ਸਾਡੇ ਕੋਲ ਪੈਕੇਜ ਲਿਆ ਬਾਈ ਜੀ ਪੀਆਰ ਤੱਕ ਦਾ ਪੈਕੇਜ ਲਿਆ, ਸੋ ਇਹ ਦੇਖੋ ਕਿ ਜਿਸ ਤੁਸੀਂ ਏਜੰਟ ਤੋਂ ਆਪਣਾ ਪੈਕੇਜ ਲੈ ਰਹੇ ਹੋ ਉਹ ਤੁਹਾਨੂੰ ਪੈਕੇਜ ਦੇ ਵਿੱਚ ਕੀ ਕੀ ਫੈਸਿਲਿਟੀਜ਼ ਦੇ ਰਿਹਾ। ਹੁਣ ਕੁਝ ਕੁ ਮੇਰੇ ਕੋਲ ਕੈਂਡੀਡੇਟਸ ਆਉਂਦੇ ਆ ਕਿ ਬਾਈ ਜੀ ਤੁਸੀਂ ਇੰਨੇ ਦਾ ਪੈਕੇਜ ਦੇ ਰਹੇ ਹੋ, ਸਾਨੂੰ ਉੱਥੇ ਸ਼ਹਿਰ 'ਚ ਘੱਟ ਮਿਲ ਰਿਹਾ। ਮੈਂ ਬਾਈ ਯਾਰ ਤੁਸੀਂ ਜਸਟ ਅਮਾਊਂਟ ਦੇ ਨਾਲ ਆਪਣੇ ਬੱਚੇ ਦੇ ਕੈਰੀਅਰ ਨੂੰ ਉਸ ਦੇ ਕੰਟਰੀ ਦੇ ਪ੍ਰੋਸੈਸ ਨੂੰ ਕੰਪੇਅਰ ਨਹੀਂ ਕਰ ਸਕਦੇ। ਐਕਚੁਅਲੀ ਕੰਸਰਨ ਕੀ ਹੈ, ਅਸੀਂ ਵੀ ਵੇਖਣਾ ਹੈ ਕਿ ਜੋ ਤੁਸੀਂ ਕੰਪੈਰੀਜ਼ਨ ਕ੍ਰੀਏਟ ਕਰ ਰਹੇ ਹੋ ਉਹਦੇ ਵਿੱਚ ਡਿਫਰ ਕਿੱਥੇ ਆ। ਹੁਣ ਗੱਲ ਨਹੀਂ ਸਮਝੇ, ਹੁਣ ਇੱਕ ਕੋਰਟ ਹੈ, ਇੱਕ ਕੋਰਟ ਦੇ ਵਿੱਚ ਇੱਕ ਵਕੀਲ ਲੈ ਰਿਹਾ 500, ਸੇਮ ਉਸੇ ਕੋਰਟ ਦੇ ਵਿੱਚ ਇੱਕ ਵਕੀਲ ਲੈ ਰਿਹਾ 5000, ਉਸੇ ਕੋਰਟ ਦੇ ਵਿੱਚ ਇੱਕ ਵਕੀਲ 50000 ਵੀ ਲੈ ਰਿਹਾ ਤੇ ਇੱਕ 5 ਲੱਖ ਵੀ ਲੈ ਰਿਹਾ। ਬਿਲਕੁਲ। ਹੁਣ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਜੋ ਕੈਪੇਬਿਲਿਟੀ ਹੈ, ਕੁਆਲਿਟੀ ਹੈ, ਜੋ 5 ਲੱਖ ਵਾਲੇ ਵਕੀਲ ਨੇ ਕੰਮ ਕਰਨਾ ਹੈ, ਉਹ ਬਾਈ ਜੀ 550,000 ਜਾਂ 500 ਵਾਲੇ 50,000 ਵਾਲੇ ਕੰਮ ਬੰਦੇ ਨੇ 5000 ਵਾਲੇ ਬੰਦੇ ਨੇ ਨਹੀਂ ਕਰਨਾ। ਜੀ ਇਹ ਡਿਫਰੈਂਸ਼ੀਏਟ ਤੁਹਾਡੇ ਸਾਹਮਣੇ ਹੈ। ਤੇ ਇੱਥੇ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ, ਲਾਈਕ ਤੁਸੀਂ ਹੁਣੇ ਪਹਿਲਾਂ ਜ਼ਿਕਰ ਕੀਤਾ ਸੀ 5 ਲੱਖ ਤੋਂ ਲੈ ਕੇ 10-15 ਲੱਖ ਦਾ ਪੈਕੇਜ ਹੋਇਆ ਹੈ ਨਾ, ਤਾਂ ਮੈਂ ਜ਼ਰੂਰ ਇਹਦਾ ਥੋੜਾ ਜਾਣਨਾ ਚਾਹੂੰਗੀ ਕੀ ਫਰਕ ਹੁੰਦਾ ਹੈ, ਕਿਉਂਕਿ ਆਬਵੀਅਸ ਹੈ ਜਦੋਂ ਕੋਈ ਘੱਟ ਬਜਟ ਦੇ ਵਿੱਚ ਪੈਕੇਜ ਹੁੰਦਾ ਤਾਂ ਉਸਦਾ ਇੱਕਦਮ ਮਾਈਂਡ ਔਰ ਇੰਟਰਸਟ ਹੁੰਦਾ ਹੈ ਕਿ ਮੈਂ ਘੱਟ ਪੈਸੇ ਵਾਲਾ ਬਜਟ ਵਾਲਾ ਜੋ ਹੈ ਪੈਕੇਜ ਲਵਾਂ। ਮੈਂ ਇਸ ਸਵਾਲ ਦਾ ਜਵਾਬ ਜ਼ਰੂਰ ਲਵਾਂਗੀ, ਪਰ ਫਿਲਹਾਲ ਸਾਡੇ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ ਲਾਈਨ ਤੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੈਂ ਪ੍ਰਭਜੋਤ ਕੌਰ ਗੱਲ ਕਰ ਰਹੀ ਹਾਂ। ਹਾਂਜੀ ਫਤਿਹਗੜ੍ਹ ਸਾਹਿਬ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੈਂ ਆਸਟ੍ਰੇਲੀਆ ਦੇ ਰਿਗਾਰਡਿੰਗ ਪੁੱਛਣਾ ਚਾਹਦੀ ਹਾਂ ਕਿ ਮੈਂ 2018 ਦੇ ਵਿੱਚ ਪਾਸ ਆਊਟ ਹਾਂ, ਜਿਵੇਂ ਕਿ ਹੁਣ ਆਸਟ੍ਰੇਲੀਆ ਦੀ ਐਪਲੀਕੇਸ਼ਨਸ ਚੱਲ ਰਹੀਆਂ ਪਈਆਂ ਨੇ, 1 ਸਾਲ ਹੀ ਮੈਂ ਅੱਗੇ ਫਰਦਰ ਸਟੱਡੀ ਕੀਤੀ, 2 ਸਾਲ ਦਾ ਗੈਪ ਆ ਕਿ ਮੈਂ ਪ੍ਰੋਸੀਡ ਕਰ ਸਕਦੀ ਹਾਂ, ਗ੍ਰੈਜੂਏਸ਼ਨ ਕੀਤੀ ਹੋਈ ਹੈ ਮੈਂ। ਓਕੇ, ਠੀਕ ਹੈ। ਹਾਂਜੀ ਬੈਂਡ ਸਕੋਰ ਕੀ ਗੁੜੀਆ ਤੁਸੀਂ ਪ੍ਰਭਜੋਤ ਆਈਲੈਟਸ ਕੀਤੀ ਹੈ ਤੁਸੀਂ? ਹਾਂਜੀ ਸਰ, ਮੈਂ ਸਰ ਓਵਰਆਲ 6 2 ਮੋਡਿਊਲ 5.5 ਹੈ। ਹਾਂ ਗ੍ਰੇਟ, ਬਿਲਕੁਲ। ਜੇ ਅਸੀਂ ਹੁਣ ਮੈਮ ਐਕਚੁਅਲੀ ਕੰਸਰਨ ਕੀ ਹੈ, ਬੱਚਿਆਂ ਨੂੰ ਥੋੜਾ ਇੱਥੇ ਵੀ ਡਾਈਸੀ ਹੈਗੇ ਆ ਕਿ ਯਾਰ ਆਪਾਂ 18 ਦਾ ਕੀਤੀ ਅੱਗੇ ਕੀ ਜਸਟੀਫਿਕੇਸ਼ਨ ਦੇਾਂਗੇ ਕੀ ਨਹੀਂ ਕਰਾਂਗੇ। ਹੁਣ ਜੇ ਇਹੀ ਗੱਲ ਕਹੀਏ ਕਿ ਇੱਕ ਸਹੀ ਗਾਈਡੈਂਸ, ਇੱਕ ਸਹੀ ਫਾਈਲਿੰਗ, ਸਹੀ ਪੇਪਰ ਵਰਕ ਵੀ ਤੁਹਾਨੂੰ ਇੱਕ ਅੱਛਾ ਏਜੰਟ ਹੀ ਦੇ ਸਕਦਾ ਹੈ। ਹੁਣ ਕੁਝ ਕੁ ਬੰਦੇ ਹੁੰਦੇ ਆ ਕਿ ਯਾਰ +2 ਬਾਅਦ ਬੱਚੇ ਦਾ ਵਰਕ ਐਕਸਪੀਰੀਅੰਸ ਸ਼ੋ ਕਰ ਦਿੰਦੇ ਆ ਕਿ ਯਾਰ +2 ਬਾਅਦ ਤੁਸੀਂ ਕਿਵੇਂ ਐਕਸਪੀਰੀਅੰਸ ਸ਼ੋ ਕਰ ਸਕਦੇ ਹੋ ਜਦ ਤੱਕ ਤੁਹਾਡੇ ਕੋਲ ਸਪੈਸ਼ਲਾਈਜੇਸ਼ਨ ਨਹੀਂ ਹੈਗੀ। ਹੁਣ ਜਿਵੇਂ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਆਫਟਰ 18 ਪਾਰਟਿਕੂਲਰ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ, ਸੋ ਇਹਨਾਂ ਦੀ ਅਸੀਂ ਇੱਕ ਸੋਲਿਡ ਜਸਟੀਫਿਕੇਸ਼ਨ ਦੇ ਸਕਦੇ ਹਾਂ। ਬਿਲਕੁਲ, ਤੇ ਮੈਂ ਉਹੀ ਸਵਾਲ ਤੇ ਵਾਪਸ ਆਣਾ ਚਾਹੂੰਗੀ ਜੋ ਆਪਾਂ ਪੈਕੇਜ ਦੀ ਗੱਲ ਕਰ ਰਹੇ ਹਾਂ, ਕਿਸ ਤਰੀਕੇ ਨਾਲ ਜੋ ਹੈ ਦਰਸ਼ਕ ਸਾਡੇ ਜਾਂ ਸਟੂਡੈਂਟ ਇਹ ਸਮਝ ਸਕਣ ਕਿ ਘੱਟ ਅਮਾਉਂਟ ਵਾਲਾ ਪੈਕੇਜ ਕੀ ਹੈ ਜਾਂ ਜ਼ਿਆਦਾ ਅਮਾਉਂਟ ਵਾਲਾ ਪੈਕੇਜ ਕੀ ਹੈ। ਦੇਖੋ ਐਕਚੁਅਲੀ ਇਹਦੇ ਵਿੱਚ ਅਸੀਂ ਜ਼ਿਆਦਾ ਇਹਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦੇ, ਇਹਦੇ ਵਿੱਚ 2 ਚੀਜ਼ਾਂ ਦਾ ਮੋਟੋ ਫਰਕ ਰਹਿੰਦਾ ਹੈ। ਹੁਣ ਕੁਝ ਕੁ ਬੱਚੇ ਹੁੰਦੇ ਯਾਰ ਕਿ ਅਸੀਂ ਫੀਸ ਆਪ ਭਰ ਦਾਂਗੇ, ਜੋ ਤੁਹਾਡੀ ਪ੍ਰੋਸੈਸਿੰਗ ਅਸੀਂ ਤੁਹਾਨੂੰ ਦੇਵਾਂਗੇ। ਹੁਣ ਇੱਕ ਬੱਚਾ ਹੁਣ ਕਹਿੰਦਾ ਕਿ ਯਾਰ ਮੈਨੂੰ ਸਾਲ ਦੀ ਫੀਸ ਦਾ ਚਾਹੀਦਾ, ਇੱਕ ਕਹਿੰਦਾ ਮੈਨੂੰ 3 ਮਹੀਨੇ ਦੀ ਫੀਸ ਦਾ ਚਾਹੀਦਾ, ਇੱਕ ਕਹਿੰਦਾ 6 ਮਹੀਨੇ ਦੀ ਫੀਸ ਦਾ ਚਾਹੀਦਾ, ਇੱਕ ਮੈਨੂੰ ਕਹਿੰਦਾ ਕਿ ਨਹੀਂ ਯਾਰ ਵੀਜ਼ਾ ਆ ਜਾਂਦਾ ਕਿ ਮੈਂ ਟਿਕਟ ਵੀ ਤੁਹਾਡੇ ਐਂਡ ਤੋਂ ਕਰਾਣੀ ਹੈ, ਰਹਿਣ ਸਹਿਣ ਦਾ ਵੀ ਤੁਹਾਡੇ ਐਂਡ ਤੋਂ ਕਰਾਣਾ ਹੈ। ਸੋ ਇਸ ਚੀਜ਼ਾਂ ਦੇ ਨਾਲ ਥੋੜਾ ਜਿਹਾ ਕਹ ਲਓ ਕਿ ਇੱਕ ਪੈਕੇਜ ਦੀ ਸਲੈਬ ਬਣ ਜਾਂਦੀ ਹੈ ਕਿ ਕਿਸ ਅਕੋਰਡਿੰਗ ਤੁਸੀਂ ਕੀ ਫੈਸਿਲਿਟੀ ਚਾਹੁੰਦੇ ਹੋ, ਸਟੱਡੀ ਮਟੀਰੀਅਲ ਚਾਹੁੰਦੇ ਹੋ, ਅਕੋਮੋਡੇਸ਼ਨ ਚਾਹੁੰਦੇ ਹੋ, ਕਿਸ ਕੋਡਿੰਗ ਚਾਹੁੰਦੇ ਹੋ। ਉਹ ਡਿਪੈਂਡ ਇਹ ਵੀ ਕਰਦਾ ਹੈਗਾ ਕਿ ਤੁਸੀਂ ਐਗਜ਼ੈਕਟ ਜਿਹੜੀ ਕੋਰਸ ਦੀ ਆਊਟਲਾਈਨ ਹੈ। ਦੇਖੋ ਹੁਣ ਐਕਚੁਅਲੀ ਕੀ ਹੁੰਦਾ, ਜੇ ਮੈਂ ਤੁਹਾਨੂੰ 5 ਤੋਂ 15 ਦੀ ਗੱਲ ਕਰਾਂ, ਇਹਦੇ ਵਿੱਚ ਥੋੜੀ ਜਿਹੀ ਬੱਚੇ ਦੀ ਪ੍ਰੋਫਾਈਲ ਵੀ ਕਿਤੇ ਨਾ ਕਿਤੇ ਇੱਕ ਕੰਸਰਨ ਰੱਖਿਆ ਜਾਊਗਾ। ਹੁਣ ਇੱਕ ਕੀ ਚੀਜ਼ ਹੈ ਕਿ ਇੱਕ ਬੱਚਾ ਮੈਡੀਕਲ ਲਾਈਨ ਦਾ ਹੈਗਾ, ਸੋ ਉਹਦੇ ਪੈਕੇजेस ਦੀ ਸਲੈਬ ਤੁਹਾਨੂੰ ਪਤਾ ਜੋ ਮੈਡੀਕਲ ਸਟੱਡੀਜ਼ ਹੈਗੀਆਂ ਦੈਟਸ ਕਹਿ ਲਓ ਉਹ ਹਾਇਰਸ ਰਹਿੰਦੀਆਂ, ਸੋ ਦੀ ਇੱਕ ਐਕਸਪੈਂਸਿਵ ਰਹਿੰਦਾ, ਸੋ ਇਹ ਪੈਕੇਜ ਦੇ ਵਿੱਚ ਡਿਸਕ੍ਰਿਪਸ਼ਨ ਦੇ ਸਕਦੇ ਆ। ਬਾਕੀ ਇਸ ਟਾਈਮ ਜੋ ਵੀਜ਼ਾ ਰੇਟ ਹੈ ਜੇ ਆਪਾਂ ਗੱਲ ਕਰੀਏ ਤੇ ਆਸਟ੍ਰੇਲੀਆ ਦੀ ਬਹੁਤ ਹੀ ਜ਼ਿਆਦਾ ਵਧੀਆ ਚੱਲ ਰਿਹਾ। ਬਿਲਕੁਲ, ਅਸੀਂ ਸਾਰੇ ਹੀ ਇਹ ਚੀਜ਼ ਜਾਣ ਚੁੱਕੇ ਹਾਂ ਕਿਉਂਕਿ ਅਗਰ ਆਸਟ੍ਰੇਲੀਆ ਵੱਲੋਂ ਇੰਨੀ ਸਾਰੀ ਆਫਰਸ ਦਿੱਤੀਆਂ ਜਾ ਰਹੀਆਂ ਤਾਂ ਉਸਦਾ ਸਿੱਧਾ ਮਤਲਬ ਇਹੀ ਹੈ, ਅਸੀਂ ਬਾਰ-ਬਾਰ ਸ਼ੋਅ ਵਿੱਚ ਗੱਲ ਕਰ ਰਹੇ ਕਿ ਆਸਟ੍ਰੇਲੀਆ ਵੈਲਕਮ ਕਰ ਰਿਹਾ ਸਟੂਡੈਂਟਸ ਨੂੰ ਕਿ ਤੁਸੀਂ ਇੱਥੇ ਆਓ, ਪੜ੍ਹਾਈ ਕਰੋ, ਕੰਮ ਕਰੋ। ਤਾਂ ਆਬਵੀਅਸ ਹੈ ਕਿ ਕਿਤੇ ਨਾ ਕਿਤੇ ਜਿਹੜੇ ਇੱਕ ਸਵਾਲ ਸਟੂਡੈਂਟਸ ਦੇ ਮਨ ਵਿੱਚ ਰਹਿੰਦਾ ਨਾ ਕਿ ਅਸੀਂ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਜਾਂਦੇ ਹਾਂ ਪਰ ਪੀਆਰ ਵਿੱਚ ਦਿੱਕਤ ਆਉਂਦੀ ਹੈ। ਸੋ ਪੀਆਰ ਵਿੱਚ ਦਿੱਕਤ ਵਾਲੀ ਗੱਲ ਤਾਂ ਆਪਣੇ ਆਪ ਨਹੀਂ ਰਹਿੰਦੀ ਜੇ ਤੁਸੀਂ ਰੈਲੀਵੈਂਟ ਕੋਰਸ ਲੈ ਕੇ ਪਹੁੰਚਦੇ ਹੋ ਉੱਥੇ, ਤਾਂ ਹੋਰ ਕਿਹੜੀ ਚੀਜ਼ਾਂ ਜ਼ਰੂਰੀ ਨੇ ਤਾਂ ਕਿ ਪੀਆਰ ਵਿੱਚ ਕੋਈ ਰੁਕਾਵਟ ਨਾ ਆਵੇ। ਉਹ ਸਵਾਲ ਅਸੀਂ ਜ਼ਰੂਰ ਪੁੱਛਾਂਗੇ, ਪਰ ਫਿਲਹਾਲ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
ਸਤਿ ਸ਼੍ਰੀ ਅਕਾਲ ਜੀ, ਸੰਦੀਪ ਗੱਲ ਕਰ ਰਹੀ ਹਾਂ ਮੈਂ ਗੁਰਦਾਸਪੁਰ ਤੋਂ। ਹਾਂਜੀ, ਕੀ ਸਵਾਲ ਹੈ? ਮੈਮ ਐਕਚੁਅਲੀ ਮੈਂ ਨਾ ਆਸਟ੍ਰੇਲੀਆ ਦੇ ਵੀਜ਼ਾ ਦੇ ਵਿੱਚ ਸੀਗਾ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਹਾਂਜੀ ਮੈਮ, ਸਪਾਊਸ ਕੇਸ ਲੱਗ ਜੂਗਾ ਆਸਟ੍ਰੇਲੀਆ ਦੇ ਕੁਝ Okay. ਪਤਾ ਨਹੀਂ ਹੈ ਕਿ spouse ਆਪਣੀ ਨਹੀਂ ਪ੍ਰੋਫਾਈਲ ਦੱਸ ਦਿਓ ਪਹਿਲਾਂ। 6.5 ਬੈਂਡ ਹੈ ਮੈਮ, ਮੈਂ ਗ੍ਰੈਜੂਏਸ਼ਨ ਕਰੀ ਹੈ ਬੀਟੈਕ। ਓਕੇ, ਕਿਹੜੇ ਈਅਰ ਵਿੱਚ ਕੀਤੀ ਹੈ? 2020 ਪਾਸ ਆਊਟ ਹੈ। ਓਕੇ, ਠੀਕ ਹੈ। ਤੇ ਤੁਹਾਡੇ ਸਪਾਊਸ, ਸੌਰੀ ਮੈਮ। ਉਹਨਾਂ ਦੀ ਕੁਆਲੀਫਿਕੇਸ਼ਨ ਵੀ ਦੱਸ ਦਿਓ ਆਪਣੇ ਸਪਾਊਸ ਦੀ। ਮੈਮ ਸੇਮ ਹੀ ਹੈ ਗ੍ਰੈਜੂਏਸ਼ਨ। ਓਕੇ, ਹਾਂਜੀ। ਬਿਲਕੁਲ ਸੰਦੀਪ, ਤੁਸੀਂ ਇਸ ਪ੍ਰੋਫਾਈਲ ਦੇ ਨਾਲ ਆਸਟ੍ਰੇਲੀਆ ਨੂੰ ਅਪਰੋਚ ਕਰ ਸਕਦੇ ਹੋ। ਡੈਫੀਨੇਟਲੀ ਜੋ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਹੈਗੀ ਆ ਸਪਾਊਸ ਦੇ ਲਈ ਕਿ ਬੋਥ ਸ਼ੁੱਡ ਬੀ ਏ ਗ੍ਰੈਜੂਏਟ, ਕਿ ਦੋਨੋਂ ਜਾਣੇ ਮੀਆਂ ਬੀਬੀ ਗ੍ਰੈਜੂਏਟ ਹੋਣਾ ਮਸਟ ਹੈਗਾ। ਸੋ ਤੁਸੀਂ ਇਸ ਪ੍ਰੋਫਾਈਲ ਨੂੰ ਓਵਰਕਮ ਕਰ ਰਹੇ ਹੋ ਤੇ ਇਹਦੇ ਨਾਲ ਮੈਂ ਤੁਹਾਨੂੰ ਇਹੀ ਰਿਕਮੈਂਡ ਕਰੂੰਗਾ, ਜੇ ਤੁਸੀਂ ਸਪਾਊਸ ਕੇਸ ਤੇ ਜਾਣਾ ਚਾਹੁੰਦੇ ਹੋ ਤੇ ਯੂ ਸ਼ੁੱਡ ਜਸਟ ਅਪਰੋਚ ਏ ਯੂਨੀਵਰਸਿਟੀ। ਜੀ, ਤੁਸੀਂ ਇਹ ਨਾ ਸੋਚੋ ਕਿ ਮੈਂ ਕਾਲਜ ਤੇ ਮੈਂ ਪੈਕੇਜ ਕਰਾਂ ਉਹ ਕਰਾਂ, ਤੁਸੀਂ ਇਸ ਟਾਈਮ ਯੂਨੀਵਰਸਿਟੀ ਲਓ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਪਾਊਸ ਦਾ ਵੀਜ਼ਾ ਰੇਟ ਹੈ ਕੰਪੈਰੀਜ਼ਨ ਲੈਵਲ ਟੂ ਦਾ ਕਾਲਜ ਉਹ ਅੱਛਾ ਹੈ। ਤੁਸੀਂ ਇਹਦੇ ਵਿੱਚ ਜਾਂ ਤਾਂ ਲੈਵਲ 1 ਦੀ ਅੱਛੀ ਯੂਨੀਵਰਸਿਟੀ ਲਵੋ, ਜੇ ਤੁਸੀਂ ਫਾਈਨੈਂਸ਼ੀਅਲੀ ਘੱਟ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਲੈਵਲ 1 ਦਾ ਕਾਲਜ ਲਵੋ, ਡੈਫੀਨੇਟਲੀ ਇਹਦੇ ਉੱਤੇ ਤੁਸੀਂ ਹੋ ਜਾਓਗੇ। ਹੁਣ ਜਿਵੇਂ ਮੈਡਮ ਨੇ ਥੋੜੀ ਦੇਰ ਪਹਿਲੇ ਗੱਲ ਕੀਤੀ ਸੀ ਕਿ ਪੀਆਰ ਨੂੰ ਲੈ ਕੇ, ਹੁਣ ਦੇਖੋ ਅਸੀਂ ਪੀਆਰ ਨੂੰ ਲੈ ਕੇ ਆਪਾਂ ਆਸਟ੍ਰੇਲੀਆ ਨੂੰ ਬਦਨਾਮ ਕਰ ਰਹੇ ਹਾਂ, ਲੇਕਿਨ ਅਸੀਂ ਕਹਿੰਦੇ ਨਾ ਕਿ ਘਮਿਆਰੀ ਜਦੋਂ ਸੋਟਾ ਮਾਰਦੀ ਆਪਣੀ ਪੀੜੀ ਥੱਲੇ ਮਾਰਦੀ ਆਪਣੇ ਭਾਂਡੇ ਨੂੰ ਸੁਣਾਉਂਦੀ ਹੈ। ਹੁਣ ਅਸੀਂ ਇੱਕ ਚੀਜ਼ ਨੂੰ ਸਮਝੀਏ ਕਿ ਅਸੀਂ ਉਸ ਬੰਦੇ ਨੂੰ ਜਾਂ ਉਸ ਕੰਟਰੀ ਨੂੰ ਬਦਨਾਮ ਕਰ ਰਹੇ ਹਾਂ, ਬਟ ਅਸੀਂ ਇਹ ਨਹੀਂ ਵੇਖਿਆ ਕਿ ਯਾਰ ਜੋ ਉਹਨਾਂ ਦੀ ਐਲੀਜੀਬਿਲਟੀ ਆ। ਹੁਣ ਮੈਂ ਨਹੀਂ ਕਹਿੰਦਾ ਕਿ ਯਾਰ ਆਸਟ੍ਰੇਲੀਆ ਅਸੀਂ ਪੀਆਰ ਨਹੀਂ ਹੁੰਦੇ, ਕਿਆ ਕੁਝ ਬੱਚੇ ਇਦਾਂ ਦੇ ਨਹੀਂ ਹੈਗੇ ਜਿਹੜੇ 4 ਸਾਲਾਂ 'ਚ ਪੀਆਰ ਹੋ ਗਿਆ। ਹੁਣ ਦੇਖੋ ਜੋ ਉਹਨਾਂ ਦੀ ਐਲੀਜੀਬਿਲਟੀ ਹੈ, ਜਦ ਤੱਕ ਬਾਈ ਜੀ ਅਸੀਂ ਉਸ ਚੀਜ਼ ਨੂੰ ਫੁੱਲਫਿਲ ਹੀ ਨਹੀਂ ਕਰਾਂਗੇ, ਹਾਊ ਇਜ਼ ਇਟ ਪੋਸੀਬਲ ਕਿ ਉੱਥੋਂ ਦੀ ਤੁਹਾਨੂੰ ਕੰਟਰੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਿੰਗਲ ਬੈਨੀਫਿਟ ਵੀ ਦੇਵੇ। ਹੁਣ ਐਕਚੁਅਲ ਕੀ ਹੈ ਕਿ ਜਿੰਨੀ ਵੀ ਗੋਰਿਆਂ ਦੇ ਦੇਸ਼ ਹੈ ਉਹਨਾਂ ਦੀ ਜਿਹੜੀ ਪੀਆਰ ਹੈ ਤੁਹਾਡੀ ਕਹਿ ਲਓ ਕਿ 50 to 60% ਡਿਪੈਂਡ ਕਰਦੀ ਹੈਗੀ ਹੈ ਤੁਹਾਡੇ ਟੈਕਸ ਦੇ ਉੱਤੇ। ਹੁਣ ਅਸੀਂ ਲੋਕ ਟੈਕਸ ਤੋਂ ਭੱਜਦੇ ਹਾਂ ਕਿ ਯਾਰ ਵਾਈਲ ਔਨ ਵਰਕ ਪਰਮਿਟ ਅਸੀਂ ਟੈਕਸ ਘੱਟ ਪੇ ਕਰੀਏ। ਸੋ ਚੀਜ਼ਾਂ ਉਸ ਟਾਈਮ ਤਾਂ ਤੁਹਾਨੂੰ ਫਾਇਦਾ ਦੇ ਰਹੀਆਂ ਕਿ ਯਾਰ ਆਪਾਂ ਗਵਰਨਮੈਂਟ ਤੋਂ ਟੈਕਸ ਬਚਾ ਰਹੇ ਹਾਂ, ਖੁਸ਼ ਹੁੰਨੇ ਆ, ਪਰ ਬਟ ਐਟ ਦਾ ਟਾਈਮ ਆਫ ਪੁਆਇੰਟ ਸਿਸਟਮ ਜਦੋਂ ਸਾਡੀ ਫਾਈਲ ਪੂਲ 'ਚ ਜਾਂਦੀ ਹੈ ਉਸ ਟਾਈਮ ਦਿੱਕਤ ਹੁੰਦੀ ਹੈ ਕਿ ਯਾਰ ਪੁਆਇੰਟਸ ਘੱਟ ਰਹੇ ਆ, ਆਪਾਂ MRT ਪਾ ਕੇ ਵੀਜ਼ਾ ਐਕਸਟੈਂਡ ਕਰਵਾ ਲਈਏ, TRC ਪਾ ਲਈਏ, ਇਵੇਂ ਕਰ ਲਈਏ, ਬੌਂਡ ਦੇ ਦਈਏ। ਸੋ ਆਪਾਂ ਪਹਿਲੇ ਹੀ ਦਿਨ ਤੋਂ ਕਿਉਂ ਨਾ ਕ੍ਰਿਸਟਲ ਕਲੀਅਰ ਚੱਲੀਏ ਕਿ ਜਦੋਂ ਦੇਖੋ ਨਾ ਪਹਿਲੇ ਦਿਨ ਤੋਂ ਜਦੋਂ ਤੁਹਾਡਾ ਵੀਜ਼ਾ ਦਾ ਇਨੀਸ਼ੀਏਟ ਸਟਾਰਟਅਪ ਹੁੰਦਾ ਹੈ, ਜਦੋਂ ਤੁਹਾਨੂੰ ਆਫਰ ਲੈਟਰ ਮਿਲਦਾ ਹੈ ਉਹ ਤੇ ਹਰ ਇੱਕ ਚੀਜ਼ ਦਾ ਇੱਕ ਪਰਫਾਰਮਾ ਮੈਂਸ਼ਨ ਅਪ ਹੁੰਦਾ ਹੈ ਕਿ ਬਾਈ ਜੀ ਇਹ ਤੁਹਾਡੇ ਕੋਰਸ ਹੈ, ਇੰਨੇ ਕ੍ਰੈਡਿਟਸ ਜਾਣਗੇ, ਇਸ ਕੋਡਿੰਗ ਤੁਹਾਨੂੰ ਸਟੱਡੀ ਪਰਮਿਟ ਇਸ਼ੂ ਹੋਊਗਾ, ਇਸ ਕੋਡਿੰਗ ਤੁਹਾਨੂੰ ਵਰਕ ਪਰਮਿਟ ਇਸ਼ੂ ਹੋਊਗਾ। ਉਸ ਟਾਈਮ ਤਾਂ ਆਪਾਂ ਬੜਾ ਜੀ ਸੱਦ ਕੇ ਮੰਨਦੇ ਹਾਂ ਜੀ ਬਿਲਕੁਲ ਆਪਾਂ ਕਰਾਂਗੇ। ਜਦੋਂ ਕਹਿੰਦੇ ਆਪਾਂ ਪਹੁੰਚ ਜਾਂਦੇ ਹਾਂ ਉੱਥੇ ਅਸੀਂ ਨਹੀਂ ਫਿਰ ਮੰਨਦੇ ਕਿ ਬਾਈ ਜੀ ਆਪਾਂ ਹੀ ਆ ਸਭ ਕੁਝ। ਸੋ ਇਹ ਚੀਜ਼ਾਂ ਦਿੱਕਤ ਦਿੰਦੀਆਂ ਬਿਲਕੁਲ। ਸੋ ਸਟੂਡੈਂਟਸ ਦੀ ਆਪਣੀ ਕੁਝ ਗਲਤੀਆਂ ਰਹਿ ਜਾਂਦੀਆਂ ਜਿਸ ਕਰਕੇ ਬਾਅਦ ਚ ਉਹਨਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਖਿਆਲ ਨਾਲ ਗੱਲ ਕਰ ਰਿਹਾ ਮੈਮ, ਮੈਂ ਰਜਤ। ਹਾਂਜੀ, ਕੀ ਸਵਾਲ ਹੈ? ਮੈਂ ਆਸਟ੍ਰੇਲੀਆ ਲਈ ਕੁਐਰੀ ਸੀਗੀ, ਰੀਸੈਂਟਲੀ ਮੈਂ ਪੀਟੀ ਦਿੱਤੀ ਸੀਗੀ। ਓਕੇ, ਮੈਂ ਮੇਰਾ 48 ਓਵਰਆਲ ਆਇਆ ਜੀ। ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਕਿਹੜੇ ਈਅਰ ਵਿੱਚ ਕੀਤੀ ਹੈ? ਮੈਂ 2020 ਵਿੱਚ ਕਲੀਅਰਡ ਹੈ ਮੇਰੀ। ਓਕੇ, ਠੀਕ ਹੈ। ਰਜਤ ਬਿਲਕੁਲ ਤੁਹਾਡੇ ਪੀਟੀ ਦੇ 48 ਆਏ ਆ, ਜਿਵੇਂ 5.5 ਆਇਆ। ਸੋ ਆਫਟਰ ਗ੍ਰੈਜੂਏਸ਼ਨ 5.5 ਤੇ ਇੱਕ ਰਿਸਕ ਫੈਕਟਰ ਰਹਿੰਦਾ ਆਸਟ੍ਰੇਲੀਆ ਦਾ। ਸੋ ਮੈਂ ਆਸਟ੍ਰੇਲੀਆ ਤੁਹਾਨੂੰ ਪਾਰਟਿਕੂਲਰ ਮੈਂਸ਼ਨਾਈਜ਼ ਨਹੀਂ ਕਰਨਾ, ਨੋ ਡਾਊਟ ਕਿ ਇਸ ਟਾਈਮ ਕਿ ਆਸਟ੍ਰੇਲੀਆ ਦੇ ਵੀਜ਼ਾ ਰੇਟ ਓਕੇ ਆ, ਬਟ ਅਸੀਂ ਪ੍ਰੋਸੈਸ ਨਾਲ ਖੇਡ ਨਹੀਂ ਸਕਦੇ ਬਿਕੋਜ਼ ਗ੍ਰੈਜੂਏਸ਼ਨ ਤੇ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਕਿਤਨਾ ਕਿਤੇ ਓਵਰਆਲ 6 ਦੀ ਹੈਗੀ ਆ। ਸੋ ਇਸ ਪ੍ਰੋਫਾਈਲ ਲਈ ਸੋਰੀ ਮੈਂ ਤੁਹਾਨੂੰ ਆਸਟ੍ਰੇਲੀਆ ਨਹੀਂ ਗਾਈਡ ਕਰਾਂਗਾ। ਤੁਸੀਂ ਇੱਕ ਵਾਰ ਜੇ ਤੁਸੀਂ 48 ਲੈ ਲਿਆ ਤਾਂ ਤੁਸੀਂ ਆਪਣਾ ਕਹਿ ਲਓ ਕਿ ਲੈਵਲ ਆਫ ਯੂਰ ਇੰਟਰਸਟ ਜਾਂ ਤੁਸੀਂ ਕੌਨਫੀਡੈਂਸ ਲੈਵਲ ਨੂੰ ਬ੍ਰੇਕ ਨਾ ਕਰੋ। ਡੈਫੀਨੇਟਲੀ ਜੇ ਤੁਸੀਂ 48 ਲਿਆ ਤੁਸੀਂ ਵਰਕ ਹਾਰਡ ਵਰਕਿੰਗ ਕਰਕੇ ਤੁਸੀਂ 6 ਸੀਜ਼ ਤੱਕ ਪਹੁੰਚ ਸਕਦੇ ਹੋ। ਸੋ ਇਸ ਕਰਕੇ ਮੈਂ ਤੁਹਾਨੂੰ ਇਹੀ ਰਿਕਮੈਂਡ ਕਰੂੰਗਾ ਕਿ ਇੱਕ ਵਾਰੀ ਪੀਟੀ ਦਾ ਰੀਟੇਕ ਕਰ ਲਓ। ਜੀ ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਦਰਸ਼ਕ ਇਸ ਸ਼ੋਅ ਦੇ ਨਾਲ ਜੁੜ ਰਹੇ ਨੇ, ਤੁਸੀਂ ਜੋ ਆਸਟ੍ਰੇਲੀਆ ਰਿਗਾਰਡਿੰਗ ਸਾਰੀ ਜਾਣਕਾਰੀ ਇਹਨੂੰ ਵਧੀਆ ਤਰੀਕੇ ਨਾਲ ਸੁਣ ਰਹੇ ਹੋ, ਸਮਝ ਰਹੇ ਹੋ। ਕੋਈ ਸਵਾਲ ਹੋਵੇ ਤਾਂ ਕਾਲ ਵੀ ਕਰ ਸਕਦੇ ਹੋ। ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੋ SAS ਮੋਹਾਲੀ ਤਾਂ ਸੈਕਟਰ 3B2 ਮੋਹਾਲੀ ਵਿੱਚ ਹੈ ਆਫਿਸ, ਤੁਸੀਂ ਡਾਕੂਮੈਂਟਸ ਲੈ ਕੇ ਵਿਜ਼ਿਟ ਵੀ ਕਰ ਸਕਦੇ ਹੋ। ਤੇ ਸਪੈਸ਼ਲੀ ਅਗਰ ਇਨ ਕੇਸ ਅਸੀਂ ਕਿਸੇ ਕਾਲਰ ਦੀ ਜਾਂ ਕਿਸੇ ਸਟੂਡੈਂਟ ਦੀ ਕਾਲ ਅਸੀਂ ਰਿਸੀਵ ਨਹੀਂ ਕਰ ਪਾਉਂਦੇ ਆ ਤਾਂ ਤੁਸੀਂ ਸੇਮ ਨੰਬਰ ਦੇ ਉੱਪਰ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ। ਬਿਲਕੁਲ। ਤੇ ਆਪਾਂ ਆਸਟ੍ਰੇਲੀਆ ਦੇ ਹੋਰ ਡਿਟੇਲ ਵਿੱਚ ਗੱਲ ਕਰ ਲਈਏ। ਆਪਾਂ ਕੋਰਸ ਰੈਲੀਵੈਂਸੀ ਨੂੰ ਲੈ ਕੇ ਮੈਂ ਜ਼ਰੂਰ ਗੱਲ ਕਰਨਾ ਚਾਹੂੰਗੀ, ਕਿਉਂਕਿ ਅਗਰ ਆਸਟ੍ਰੇਲੀਆ ਇੰਨੀ ਆਫਰਸ ਦੇ ਰਿਹਾ ਹੈ, ਇਸ ਨੂੰ ਸਟੂਡੈਂਟਸ ਇੰਨਾ ਈਜ਼ੀ ਨਾ ਲੈਣ, ਇਹ ਨਾ ਸਮਝਣ ਕਿ ਵੀ ਠੀਕ ਹੈ ਉਹਨਾਂ ਨੇ ਇੰਨੀ ਆਫਰਸ ਦਿੱਤੀਆਂ, ਉਹਨਾਂ ਨੂੰ ਤਾਂ ਸਟੂਡੈਂਟ ਚਾਹੀਦੇ ਨੇ, ਅਸੀਂ ਜਿਵੇਂ ਮਰਜ਼ੀ ਅਪਲਾਈ ਕਰ ਦਈਏ। ਇਹਦਾ ਮਤਲਬ ਇਹ ਨਹੀਂ ਹੋਏਗਾ ਕਿ ਵੀ ਤੁਸੀਂ ਜਿਵੇਂ ਮਰਜ਼ੀ ਅਪਲਾਈ ਕਰੀ ਜਾਓ ਤਾਂ ਵੀਜ਼ੇ ਆਣਗੇ। ਦੇਖੋ ਮੈਂ ਇਸ ਚੀਜ਼ ਦਾ ਤੁਹਾਨੂੰ ਇੱਕ ਬੜਾ ਮਜ਼ੇਦਾਰ ਆਨਸਰ ਦਿੰਦਾ। ਜੀ। ਜਦੋਂ ਇਹ ਆਸਟ੍ਰੇਲੀਆ ਨੇ ਇਹ ਸਭ
ਚੀਜ਼ਾਂ ਦਾ ਅਨਾਉਂਸਮੈਂਟ ਕੀਤਾ ਤੇ ਮੈਂ ਜਸਟ ਘਰੇ ਬੈਠਾ ਹੋਇਆ ਸੀ ਜੀ। ਤੇ ਮੇਰੇ ਦਿਮਾਗ 'ਚ ਨਾ 3-4 ਚੀਜ਼ਾਂ ਆਈਆਂ ਹੂੰ ਕਿ ਯਾਰ ਮੈਂ ਕਿਹਾ ਇਹਦਾ ਮਤਲਬ ਜੇ ਆਸਟ੍ਰੇਲੀਆ ਆਪਾਂ ਨੂੰ ਵੀਜ਼ਾ ਦੇ ਰਿਹਾ ਮੀਨਸ ਕਿਤੇ ਨਾ ਕਿਤੇ ਉਹਨਾਂ ਦੀ ਦੁਕਾਨਦਾਰੀ ਰੁਕੀ ਹੋਈ ਸੀ, ਉਹਨਾਂ ਦੀ ਇਕਨੋਮੀ ਡਾਊਨ ਜਾ ਰਹੀ ਸੀ, ਤੇ ਜੋ ਐਡਾ ਵੱਡਾ ਉਪਰਾਲਾ ਦਿੱਤਾ। ਹੁਣ ਆਪਾਂ ਵੇਖੀਏ ਜੇ ਉਹ ਆਪਾਂ ਕਹਿੰਦੇ ਆ ਕਿ ਉਹਨਾਂ ਨੇ ਯਾਰ 3,60,000 4,80,000 ਵੀਜ਼ਾ ਦੇਣਾ ਤੇ ਕਿਤੇ ਨਾ ਕਿਤੇ ਐਪਲੀਕੈਂਟ ਜਿਹੜੇ ਹੋਣਗੇ ਡਬਲ ਟ੍ਰਿਪਲ ਹੋਣਗੇ। ਬਿਲਕੁਲ ਸਮਝਦੇ ਜੇ 10 ਸੀਟਾਂ ਨਿਕਲੀਆਂ ਤੇ ਐਪਲੀਕੈਂਟ ਤੁਸੀਂ ਕਹ ਲਓ 100 ਦੇ ਹਿਸਾਬ ਨਾਲ ਹੈ। ਬਿਲਕੁਲ। ਸੋ 10 ਸੀਟਾਂ ਨੂੰ ਵੀ ਤੁਸੀਂ ਇੱਕ ਕਹ ਲਓ ਕਿ ਰੇਸ ਹੈ, ਰੇਸ ਦੇ ਵਿੱਚ ਜਿਹੜੇ ਫਸਟ ਇਨ ਕਿਊ ਫਸਟ ਵਿਲ ਸਰਵ, ਪਰ ਲੇਕਿਨ ਉਸ ਚੀਜ਼ ਦੀ ਐਲੀਜੀਬਿਲਟੀ ਨੂੰ ਆਪਾਂ ਨੂੰ ਫੁੱਲਫਿਲ ਕਰਨਾ ਪਊਗਾ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਐਲੀਜੀਬਿਲਟੀ ਨੂੰ ਲੈ ਕੇ, ਰੈਲੀਵੈਂਸੀ ਨੂੰ ਲੈ ਕੇ, ਸੋ ਮੈਂ ਆਸਟ੍ਰੇਲੀਆ ਦੀ ਡੈਫੀਨੇਟਲੀ ਕਹਿਣਾ ਆਸਟ੍ਰੇਲੀਆ ਦਾ ਅੱਜ ਤੋਂ 10 ਸਾਲ ਪਹਿਲਾਂ ਵੀ ਜਾਂ ਪਿਛਲੇ ਸਾਲ ਦਾ ਵੀ ਜਾਂ ਹੁਣ ਦਾ ਸਿਨੈਰੀਓ ਇਹੀ ਕਹਿ ਰਿਹਾ ਕਿ ਜੋ ਉਹਨਾਂ ਦੀ 3 ਐਲੀਜੀਬਿਲਟੀਆਂ, ਪਹਿਲੀ ਹੈਗੀ ਆ ਫਾਈਨੈਂਸ਼ੀਅਲਸ, ਤੁਹਾਡੀ ਸੋਰਸ ਆਫ ਇਨਕਮ, ਜਿਹੜੇ ਆਪਾਂ ਕਹਿੰਦੇ ਆ ਕਿ ਫੰਡਸ ਦਿਖਾਤੇ 18-20 ਲੱਖ ਦੇ ਕਿ ਲੋ ਜੀ ਬਾਈ ਜੀ ਜਸਟੀਫਾਈਬਲ ਐਵੇਂ ਨਹੀਂ, ਜੋ ਤੁਹਾਡੀ ਸੋਰਸ ਆਫ ਇਨਕਮ ਹੈ ਕਿ ਫਰੋਮ ਵੇਅਰ ਯੂ ਗੈਟ ਦਾ ਮਨੀ, ਜਦ ਤੱਕ ਤੁਸੀਂ ਉਹਦੀ ਜਸਟੀਫਿਕੇਸ਼ਨ ਨਹੀਂ ਦੋਗੇ ਤੁਹਾਨੂੰ ਫਾਈਨੈਂਸ਼ੀਅਲ ਡਿਪਾਰਟਮੈਂਟ ਤੁਹਾਨੂੰ ਗ੍ਰੀਨ ਸਿਗਨਲ ਨਹੀਂ ਦਊਗਾ। ਦੂਸਰਾ ਆਊਗਾ ਤੁਹਾਡੇ ਕੋਰਸ ਦੀ ਰੈਲੀਵੈਂਸੀ। ਹੁਣ ਇਸ ਟਾਈਮ ਜਿੰਨੀਆਂ ਵੀ ਪ੍ਰੋਫਾਈਲਾਂ ਆ ਰਹੀਆਂ ਕਿਸੇ ਦੇ ਵਿੱਚ 15 ਤੋਂ ਬਾਅਦ ਗੈਪ ਹੈ, 18 ਤੋਂ ਬਾਅਦ ਗੈਪ ਹੈ, ਕੁਝ ਬਹੁਤ ਰੇਅਰ ਪ੍ਰੋਫਾਈਲਾਂ ਜਿਹੜੀਆਂ 20-21 ਪਾਸ ਆਊਟ ਸਾਨੂੰ ਮਿਲਦੀਆਂ। ਹੁਣ ਤੁਸੀਂ ਇਹ ਵੇਖਣਾ ਕਿ ਜੋ ਤੁਹਾਡੀ ਪ੍ਰੋਫਾਈਲ ਦੇ ਵਿੱਚ ਸਟੱਡੀ ਗੈਪ ਹੈ ਜਾਂ ਵਰਕ ਗੈਪ ਹੈ। ਤੀਸਰਾ ਆਊਗਾ ਤੁਹਾਡੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਕਿ ਬਾਈ ਜੀ ਤੁਹਾਡੇ ਏਜੰਟ ਨੇ ਸਿਰਫ ਕੇਸ ਹੀ ਇਕੱਠੇ ਕੀਤੇ ਆ ਜਾਂ ਐਸਓਪੀ 'ਚ ਵੀ ਜਾਣ ਪਾਈ ਹੈ। ਬਿਲਕੁਲ ਬਿਲਕੁਲ ਸਮਝੇ ਸਮਝੇ ਗੱਲ ਨੂੰ। ਸੋ ਐਸਓਪੀ ਵੀ ਕਿਤੇ ਨਾ ਕਿਤੇ ਮਾਇਨੇ ਰਖਾਊਗੀ। ਜੇ ਤੁਹਾਡੀ ਤਿੰਨੋਂ ਚੀਜ਼ਾਂ ਓਕੇ ਆ ਤੇ ਬਾਈ ਜੀ ਡੈਫੀਨੇਟਲੀ ਤੁਸੀਂ ਵੀਜ਼ਾ ਲੈ ਸਕਦੇ ਹੋ। ਜੀ ਬਿਲਕੁਲ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਮਨਵੀਰ ਗੱਲ ਕਰ ਰਹੀ ਹਾਂ ਲੁਧਿਆਣਾ ਤੋਂ। ਹਾਂਜੀ, ਕੀ ਸਵਾਲ ਹੈ? ਮੈਂ ਕੈਨੇਡਾ ਵੀਜ਼ਾ ਦੇ ਲਈ ਪੁੱਛਣਾ ਸੀ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ ਜ਼ਰਾ। ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ ਬੀਟੈਕ 2019 ਦੇ ਵਿੱਚ। ਠੀਕ ਹੈ, ਹਾਂਜੀ। ਉਸ ਤੋਂ ਬਾਅਦ ਕੀ ਕੀਤਾ ਹੈ ਤੇ ਆਇਲ ਸਕੋਰ ਕਿੰਨਾ ਤੁਹਾਡਾ? ਮੈਂ ਮਾਈਲ ਸਕੋਰ ਓਵਰਆਲ 6 ਨੇ, HB 6 ਨੇ। ਠੀਕ ਹੈ, ਤੇ 19 ਤੋਂ ਬਾਅਦ ਤੁਸੀਂ ਕੀ ਕਰ ਰਹੇ ਹੋ? ਜੌਬ ਕੀਤੀ ਹੈ ਮੈਮ ਜੀ। ਕਾਲਜ ਦੇ ਵਿੱਚ ਐਜ਼ ਅ ਕੰਪਿਊਟਰ ਟੀਚਰ। ਠੀਕ ਹੈ, ਹਾਂਜੀ। ਬਿਲਕੁਲ ਮਨਵੀਰ, ਇਸ ਟਾਈਮ ਦਾ ਵੈਸੇ ਆਸਟ੍ਰੇਲੀਆ ਦਾ ਫੇਅਰ ਚੱਲ ਰਿਹਾ। ਦੇਖੋ ਇਵੇਂ ਦੀ ਪ੍ਰੋਫਾਈਲਸ ਹੁੰਦੀਆਂ ਕਿ ਯਾਰ ਸਟਿਕ ਟੂ ਦਾ ਵਨ ਕੰਟਰੀ, ਜਾਣਾ ਹੀ ਇੱਥੇ ਹੈ। ਚਾਹੇ ਮੈਂ ਕਹਿੰਦਾ ਆਸਟ੍ਰੇਲੀਆ ਕਹੇ ਕਿ ਸਵੇਰ ਦੀ ਟਿਕਟ ਫੜ ਕੇ ਆ ਜਾਓ, ਨਹੀਂ। ਸੋ ਇਹ ਬੱਚੇ ਇਵੇਂ ਦੇ, ਹਮੇਸ਼ਾ ਤੁਹਾਨੂੰ ਦੱਸਿਆ ਕਿ 2 ਤਰ੍ਹਾਂ ਦੇ ਬੱਚੇ ਹੁੰਦੇ ਆ, ਕਿਤੇ ਵੀ ਹੋ ਜੇ ਜਾਂ ਜਾਣਾ ਹੀ ਕੈਨੇਡਾ। ਬਿਲਕੁਲ ਮਨਵੀਰ, ਤੁਸੀਂ ਇਹਦੇ ਨਾਲ ਕੈਨੇਡਾ ਵਿੱਚ ਤੁਸੀਂ ਐਸਡੀਐਸ ਦੀ ਜਿਹੜੀ ਸਲੈਬ ਉਹਨੂੰ ਓਵਰਕਮ ਕਰ ਰਹੇ ਹੋ। ਅੱਛਾ, ਤੁਹਾਨੂੰ ਪਬਲਿਕ ਕਾਲਜ ਸਾਲ ਦੀ ਫੀਸ ਪਾਓ, GIC ਪਾਓ, ਡੈਫੀਨੇਟਲੀ ਯੂ ਗੈਟ ਅਪਰੂਵਲ। ਬਟ ਇਹਦੇ ਵਿੱਚ ਕੀ ਡਿਪੈਂਡ ਕਰੂਗਾ, ਜੇ ਕੈਨੇਡਾ ਦੀ ਗੱਲ ਕਰਦੇ ਆ, ਕੈਨੇਡਾ ਦੇ ਵਿੱਚ ਫਾਇਰ ਰਸ਼ ਜ਼ਿਆਦਾ ਹੋਣ ਕਰਕੇ ਮਈ ਇਨਟੇਕ ਤਾਂ ਬੰਦ ਹੋ ਗਿਆ। ਹੁਣ ਸਤੰਬਰ ਇਨਟੇਕ ਦੇ ਵਿੱਚ ਵੀ ਜੇ ਤੁਸੀਂ ਆਪਣੀ ਪੁਗਾਉਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਇੰਨਾ ਜ਼ਿਆਦਾ ਖਾਸਾ ਟਾਈਮ ਨਹੀਂ ਹੈਗਾ। ਸੋ ਐਜ਼ ਅਰਲੀਅਰ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਡਾਕੂਮੈਂਟ WhatsApp ਕਰੋ ਕਿ ਤਾਂ ਜੋ ਤੁਹਾਨੂੰ ਅਸੀਂ ਪ੍ਰੋਪਰਲੀ ਅਸੈਸ ਕਰਕੇ ਦੱਸ ਸਕੀਏ ਕਿ ਤੁਹਾਡਾ ਕਿਸ ਪ੍ਰੋਵਿੰਸ ਦੇ ਵਿੱਚ, ਕਿਸ ਕਾਲਜ ਦੇ ਵਿੱਚ, ਕਿਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਅਸੈਸਮੈਂਟ ਫਾਈਨਲਾਈਜ਼ ਹੋਈ ਹੈ। ਜੀ ਬਿਲਕੁਲ। ਹਾਲਾਂਕਿ ਆਪਾਂ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ, ਸਵਾਲ ਜੋ ਹੈ ਕਾਲਰ ਦਾ ਕੈਨੇਡਾ ਦੇ ਲਈ ਸੀ, ਤੇ ਮੈਂ ਵੀ ਕੈਨੇਡਾ ਰਿਗਾਰਡਿੰਗ ਹੀ ਸਵਾਲ ਕਰਨਾ ਚਾਹ ਰਹੀ ਹਾਂ ਕਿ ਜਿਹੜੇ ਸਟੂਡੈਂਟਸ ਨੇ ਆਲਰੇਡੀ ਆਪਣੀ ਫਾਈਲਸ ਲਗਾਈਆਂ ਹੋਈਆਂ ਨੇ, ਰਿਜ਼ਲਟ ਡਿਲੇ ਚੱਲ ਰਿਹਾ, ਹਾਲ ਤੱਕ ਰਿਜ਼ਲਟ ਨਹੀਂ ਆ ਰਿਹਾ, ਉਹਨਾਂ ਨੂੰ ਤੁਸੀਂ ਐਜ਼ ਅ ਕੰਸਲਟੈਂਟ ਕੀ ਸੁਜੈਸਟ ਕਰੋਗੇ ਕਿ ਉਹਨਾਂ ਨੂੰ ਵਿਡਰਾਅਲ ਕਰਾ ਕੇ ਦੁਬਾਰਾ ਅਪਲਾਈ ਕਰ ਲੈਣਾ ਚਾਹੀਦਾ ਜਾਂ ਫਿਰ ਵੇਟ ਕਰਨੀ ਚਾਹੀਦੀ ਹੈ? ਦੇਖੋ ਮੈਂ ਇੱਕ ਚੀਜ਼ ਕਹਿਣਾ ਕਿ ਚਾਹੇ ਕੋਈ ਵੀ ਏਜੰਟ ਹੈ, ਚਾਹੇ ਕੁਝ ਵੀ ਹੈ, ਚਾਹੇ ਮੈਂ ਆ, ਚਾਹੇ ਤੁਸੀਂ ਹੋ, ਜਾਂ ਇੰਨੀ ਦੁਨੀਆ ਸਾਰਾ ਇਮੀਗ੍ਰੇਸ਼ਨ ਦਾ ਵਰਕ ਕਰਦੇ ਆ, ਜਦੋਂ ਫਾਈਲ ਐਮਬੈਸੀ ਚੱਲ ਜੇ ਨਾ ਤੇ ਅਸੀਂ ਕੋਈ ਪਾਰਟਿਕੂਲਰ ਤੁਹਾਨੂੰ ਟਾਈਮ ਫਰੇਮ ਨਹੀਂ ਦੇ ਸਕਦੇ ਕਿ ਬਾਈ ਜੀ 2 ਦਿਨਾਂ 'ਚ ਵੀਜ਼ਾ ਆ ਜਾਊਗਾ, ਹਫਤੇ 'ਚ ਵੀਜ਼ਾ ਆ ਜਾਊਗਾ। ਜਦੋਂ ਫਾਈਲ ਐਮਬੈਸੀ ਦੇ ਵਿੱਚ ਹੈ ਯਾਰ, ਇਟਸ ਨੋਟ ਇਨ ਮਾਈ ਹੈਂਡ, ਨਾ ਤੁਹਾਡੇ ਹੱਥ 'ਚ ਹੈ। ਉਹ ਟੋਟਲੀ ਚੀਜ਼ ਡਿਪੈਂਡ ਕਰੇਗੀ ਵੀਜ਼ਾ ਆਫੀਸਰ ਦੇ ਉੱਤੇ ਕਿ ਯਾਰ ਬਾਈ ਜੀ ਵੀਜ਼ਾ ਆਫੀਸਰ ਕਦੋਂ ਤੁਹਾਨੂੰ ਵੀਜ਼ਾ ਗ੍ਰਾਂਟ ਕਰਦਾ ਹੈ। ਹੁਣ ਐਕਚੁਅਲ 'ਚ ਕਹਿੰਦੇ ਨੇ ਕਿ ਜਿੰਨੇ ਤੁਸੀਂ ਪਹਿਲਾਂ ਲਾਈਨ 'ਚ ਲੱਗੇ ਹੋ ਪਹਿਲਾਂ ਤੁਸੀਂ ਸਰਵ ਕਰੋਗੇ। ਐਕਚੁਅਲ 'ਚ ਕੀ ਸੀ ਕਿ ਕੈਨੇਡਾ ਥੋੜਾ ਜਿਹਾ ਕਰਾਊਡੀ ਰਿਹਾ ਜਦੋਂ ਸਾਰੀਆਂ ਕੰਟਰੀਆਂ ਬੰਦ ਸੀ, ਕੈਨੇਡਾ ਦਾ ਫਾਈਲ ਰਸ਼ ਜ਼ਿਆਦਾ ਸੀ। ਹੁਣ ਹੌਲੀ ਹੌਲੀ ਹਰ ਇੱਕ ਚੀਜ਼ਾਂ ਨੂੰ ਕਹਿੰਦੇ ਸੱਟ ਵੀ ਲੱਗ ਜਾਏ, ਜ਼ਖਮ ਆਉਂਦੇ ਟਾਈਮ ਲੱਗਦਾ। ਸੋ ਉਹ ਚੀਜ਼ ਨੂੰ ਵੀ ਉਬਰਾਲਾ ਕਰਦੇ ਟਾਈਮ ਲੱਗੂਗਾ। ਬਟ ਦੇਖੋ ਫਿਰ ਵੀ ਜਿਵੇਂ ਮਨਵੀਰ ਹੁੰਦਾ ਕੁਐਸਚਨ ਸੀ ਕਿ ਜਾਣਾ ਹੀ ਕੈਨੇਡਾ, ਤੇ ਸੋ ਉਹ ਚੀਜ਼ਾਂ ਨੂੰ ਜੋ ਤਾਂ ਕੈਨੇਡਾ ਦੇ ਇੰਟਰਸਟਿਡ ਹੈਗੇ ਆ ਉਹ ਕੈਨੇਡਾ ਹੀ ਹਜੇ ਸਟਿਲ ਵੀ ਕਰਨਗੇ, ਚਾਹੇ ਕੁਝ ਵੀ ਹੋਏ। ਬਿਲਕੁਲ ਸਹੀ ਕਿਹਾ ਤੁਸੀਂ। ਅਗਲੇ ਕਾਲਰ ਜੁੜ ਗਏ ਨੇ ਸਾਡੇ ਨਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਪਵਨਜੋਤ ਗੱਲ ਕਰ ਰਹੀ ਹਾਂ। ਹਾਂਜੀ, ਕੀ ਸਵਾਲ ਹੈ? ਜਲੰਧਰ। ਹਾਂਜੀ, ਮੈਂ ਨਾ ਆਸਟ੍ਰੇਲੀਆ ਲਈ ਪੁੱਛਣਾ ਸੀਗਾ। ਓਕੇ। ਜਿਵੇਂ ਨਵੇਂ ਨਿਊ ਅਪਡੇਸ਼ਨ ਆਈ ਹੈ ਉਹਦੇ ਅਕੋਰਡਿੰਗ ਮੇਰੇ ਨਾ ਓਵਰਆਲ ਤਾਂ 5.5 ਨੇ। ਹਾਂਜੀ, ਠੀਕ ਹੈ, ਤੇ ਨਾਟ ਲੈਸਨ ਵੀ 5.5 ਨੇ, ਤੇ ਮੈਂ ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹੁੰਦੀ ਹਾਂ, ਵੀ ਰੀਸੈਂਟ ਪਾਸ ਆਊਟ ਆ। ਠੀਕ ਹੈ, ਤੇ ਹੋ ਜਾਏਗਾ ਮੇਰਾ? ਕੁਆਲੀਫਿਕੇਸ਼ਨ
ਪਲੱਸ 2 ਓਕੇ ਹਾਂ ਜੀ ਬਿਲਕੁਲ ਵਮਨ ਤੁਸੀਂ ਇਸ ਪ੍ਰੋਫਾਈਲ ਦੇ ਨਾਲ ਆਸਟ੍ਰੇਲੀਆ ਲੈ ਸਕਦੇ ਹੋ। ਸੇਮ ਤੁਹਾਡੀ ਦੇ ਵਿੱਚ ਕੀ ਹੈ ਕਿ ਤੁਹਾਨੂੰ ਅਸੀਂ ਅੱਛੇ ਪੈਕੇजेस ਆਪਸ਼ਨ ਵੀ ਪ੍ਰੋਵਾਈਡ ਕਰਾਂਗੇ। ਜਿਵੇਂ ਤੁਸੀਂ ਰੀਸੈਂਟ ਪਾਸ ਆਊਟ ਆਫ 5.5 ਈਚ ਹੈਗੇ ਆ, ਤੁਹਾਨੂੰ ਅਸੀਂ ਲੈਵਲ 1 ਦਾ ਵਧੀਆ ਕਾਲਜ ਪ੍ਰੋਵਾਈਡ ਕਰਾਂਗੇ ਜਿਹਦੇ ਉੱਤੇ ਤੁਹਾਨੂੰ ਕੱਲ ਨੂੰ PR ਲੈਣ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ 19-21 ਦੀ ਪ੍ਰੋਬਲਮ ਨਹੀਂ ਹੋਏਗੀ। ਹੁਣ ਡਿਪੈਂਡ ਕਰਦਾ ਯਾਰ ਬੱਚੇ ਨੂੰ 5.5 ਤੇ ਹੁਣ ਇਸ ਟਾਈਮ ਪਤਾ ਕੀ ਹੋ ਰਿਹਾ, ਜੇ ਸਾਡੀ ਕਲਾਇੰਟ ਆ ਰਿਹਾ ਕਿ ਯਾਰ ਬਾਈ ਤੁਸੀਂ 10 ਲੱਖ ਦਾ ਪੈਕੇਜ ਦੇ ਰਹੇ ਹੋ, ਉਹ 12 ਦਾ ਦੇ ਰਿਹਾ, ਉਹ 14 ਦਾ ਦੇ ਰਿਹਾ, ਇੱਕ 15 ਦਾ ਦੇ ਰਿਹਾ, ਗੱਲ ਉੱਥੇ ਆ ਜਾਂਦੀ ਹੈ ਕੰਪੀਟੀਸ਼ਨ ਲੈਵਲ ਦੇ ਉੱਤੇ। ਹੁਣ ਕੁਝ ਕਲਾਇੰਟ ਆਉਂਦੇ ਆ ਜਿਹਦੀ ਆਪਾਂ ਜਲੰਧਰੋਂ ਚੱਲ ਕੇ ਜੇ ਤੁਹਾਡੇ ਕੋਲ ਆ ਰਿਹਾ ਭਾਜੀ ਉੱਥੇ ਤਾਂ ਸਾਨੂੰ 10 ਲੱਖ ਦਾ ਮਿਲ ਰਿਹਾ, ਤੁਸੀਂ 12 ਦਾ ਕਿਵੇਂ ਦੇ ਰਹੇ ਹੋ। ਸੋ ਇਸੇ ਲਈ ਹੀ ਅਸੀਂ ਇਸ ਚੀਜ਼ ਨੂੰ ਪ੍ਰੋਪਰਲੀ ਡਿਜ਼ਾਈਨ ਕੀਤਾ ਹੈ ਕਿ ਕੱਲ ਨੂੰ ਸਾਨੂੰ ਕੋਈ ਇਹ ਨਾ ਕਹੇ ਕਿ ਬਾਈ ਆਪਾਂ ਫਿਰ ਉਹਨੂੰ ਟੈਕਨੀਕਲੀ ਲੌਜੀਕਲੀ ਸਮਝਾਉਂਦੇ ਆ ਕਿ ਬਾਈ ਸਾਡੇ ਕੋਲ ਪੈਕੇਜ ਤਾਂ 5 ਲੱਖ ਤੋਂ ਵੀ ਸਟਾਰਟ ਹੈ, 2 ਲੱਖ ਤੋਂ ਵੀ ਸਟਾਰਟ ਹੈ, ਪਰ ਬਟ ਡਿਪੈਂਡ ਕਰੂਗਾ ਕਿ ਦੇਖੋ ਮੈਂ ਨੋ ਡਾਊਟ ਆਪਾਂ ਕਹੀਏ ਕਿ ਕੋਈ ਆਪਣੀ ਜੇਬ ਤੋਂ ਲਾਊਗਾ ਨੈਵਰ, ਬਿਲਕੁਲ ਹਰ ਕਿਸੇ ਜੋ ਵੀ ਬੈਠਾ ਹੈ, ਹਰ ਕੋਈ ਬੰਦਾ ਕਮਾਂਡ ਬੈਠਾ ਹੈ। ਹੁਣ ਐਕਚੁਅਲੀ ਕੰਸਰਨ ਕੀ ਹੈ, ਤੁਸੀਂ ਇਹ ਵੇਖੋ ਕਿ ਤੁਹਾਨੂੰ 5 ਲੱਖ ਦੇ ਵਿੱਚ 10 ਲੱਖ ਦੇ ਵਿੱਚ ਜੋ ਵੀ ਤੁਹਾਡੀ ਡਿਸਾਈਡਿੰਗ ਪੈਕੇਜ ਅਮਾਉਂਟ ਹੋਈ ਹੈ ਉਹਦੇ ਵਿੱਚ ਤੁਹਾਨੂੰ ਕੀ ਚੀਜ਼ ਮਿਲ ਰਹੀ ਹੈ। ਹੁਣ ਸਿਰਫ ਇੱਕੋ ਚੀਜ਼ ਮੈਂਸ਼ਨ ਮੈਂ ਜਿਹਨੂੰ ਟੋਪ ਕਹਿ ਲਓ ਕਿ ਹਾਈਲਾਈਟ ਕਰਦਾ, ਉਹ ਹੈਗਾ ਲੈਵਲ ਆਫ ਯੂਅਰ ਸਟੱਡੀ, ਕਿ ਤੁਹਾਡੀ ਲੈਵਲ ਆਫ ਸਟੱਡੀ ਤੁਹਾਨੂੰ ਤੁਹਾਡੇ ਏਜੰਟ ਨੇ ਕਿੰਨੀ ਕਿ ਤੁਹਾਨੂੰ ਵਧੀਆ ਦਿੱਤੀ ਹੈ ਕਿ ਕੱਲ ਨੂੰ ਤੁਸੀਂ ਉਸੇ ਦੇ ਉੱਤੇ ਹੀ ਕੰਮ ਕਰਨਾ ਹੈ, ਉਹਦੇ ਉੱਤੇ ਤੁਸੀਂ ਕੰਮ ਲੱਭਣਾ ਹੈ, ਉਹੀ ਤੁਹਾਡੀ ਜੋਬ ਓਪਰਚੁਨਿਟੀ ਹੈ, ਉਹੀ ਤੁਹਾਡੀ ਜੋਬ ਰਿਸਪੌਂਸਿਬਿਲਿਟੀ ਹੈ, ਔਰ ਉਹੀ ਚੀਜ਼ ਨੇ ਤੁਹਾਨੂੰ PR ਕਰਨੀ ਹੈ। ਜੀ 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 ਜੀ। ਸੋ ਜੇ ਤੁਸੀਂ ਪੈਕੇਜ ਵੀ ਕਰ ਰਹੇ ਹੋ ਤੇ ਮੇਕ ਏ ਪ੍ਰੈਜ਼ੈਂਸ ਆਫ ਮਾਈਂਡ ਕਿ ਤੁਸੀਂ ਡਿਸੀਜਨ ਉਹ ਲਵੋ ਕਿ ਜਿਹੜਾ ਕੱਲ ਨੂੰ ਤੁਹਾਡੇ ਲਈ ਵੀ ਵਰਥਫੁਲ ਹੋਵੇ। ਬਿਲਕੁਲ ਬਿਲਕੁਲ, ਇਹ ਨਾ ਹੋਵੇ ਕੱਲ ਨੂੰ ਚੀਜ਼ ਵਰਥਲੈਸ ਹੋਵੇ, ਉਸ ਚੀਜ਼ ਦਾ ਕੋਈ ਫਾਇਦਾ ਹੀ ਨਹੀਂ ਹੈ। ਜੀ ਬਿਲਕੁਲ। ਤੇ ਇੱਥੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਥੋੜਾ ਕੋਰਸ ਸਿਲੈਕਸ਼ਨ ਨੂੰ ਲੈ ਕੇ ਆਪਾਂ ਥੋੜਾ ਡਿਟੇਲ ਵਿੱਚ ਗੱਲ ਕਰ ਲਈਏ ਤਾਂ ਕਿ ਸਟੂਡੈਂਟਸ ਵੀ ਇਸ ਚੀਜ਼ ਨੂੰ ਸਮਝ ਸਕਣ। ਕਿਸੇ ਵੀ ਕੰਸਲਟੈਂਟ ਕੋਲ ਤੁਸੀਂ ਜਾਓ ਤਾਂ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਜੋ ਤੁਸੀਂ ਸਟੱਡੀ ਕੀਤੀ ਹੈ, ਜੋ ਤੁਹਾਡੀ ਕੁਆਲੀਫਿਕੇਸ਼ਨ ਹੈ, ਉਸ ਦੇ ਨਾਲ ਕੀ ਕੀ ਚੀਜ਼ਾਂ ਮੈਚ ਹੋ ਸਕਦੀਆਂ। ਮੈਂ ਕਾਮਨਲੀ ਜਾਣਨਾ ਚਾਹੂੰਗੀ ਸਟੂਡੈਂਟਸ ਕਿਸ ਤਰ੍ਹਾਂ ਦੀ ਮਿਸਟੇਕਸ ਕਰ ਜਾਂਦੇ ਨੇ ਨਾਰਮਲੀ, ਕਿ ਆਪਣੀ ਪ੍ਰੋਫਾਈਲ ਤੋਂ ਉਲਟ ਕਿਸ ਤਰੀਕੇ ਨਾਲ ਸਿਲੈਕਸ਼ਨ ਹੋ ਜਾਂਦੀ ਹੈ। ਦੇਖੋ ਐਕਚੁਅਲੀ ਸਿਲੈਕਸ਼ਨ ਨਾ ਜਦੋਂ ਵੀ ਸਟੂਡੈਂਟ ਆਉਂਦਾ ਤੇ ਉਹਦੇ ਨਾ ਦੋ ਕਹਿ ਲਓ ਕਿ ਬ੍ਰੇਨ ਵਰਕ ਕਰਦੇ ਆ, ਇੱਕ ਹੁੰਦਾ ਪੇਰੈਂਟਸ ਦਾ, ਇੱਕ ਹੁੰਦਾ ਬੱਚੇ ਦਾ। ਹੁਣ ਪੇਰੈਂਟਸ ਦਾ ਹੁੰਦਾ ਮਾਈਂਡ ਸੈਟਅਪ ਕਿ ਯਾਰ ਅਸੀਂ ਵੀ ਜਦੋਂ ਪੇਰੈਂਟਸ ਆ ਕਿਸੇ ਦੇ ਤੇ ਸਾਡੇ ਦਿਮਾਗ ਤੇ ਹੁੰਦਾ ਕਿ ਯਾਰ ਘੱਟ ਤੋਂ ਘੱਟ ਬੱਚੇ ਦਾ ਖਰਚਾ ਹੋਏ ਔਰ ਬੱਚਾ ਮੇਰਾ ਵਧੀਆ ਰਹੇ। ਹੁਣ ਬੱਚੇ ਦੀ ਕਈ ਵੇਲੇ ਡਿਜ਼ਾਇਰੇਬਲਸ ਹੁੰਦੀਆਂ ਕਿ ਅੰਡਰ ਸ਼ੈਡੋ ਕਿ ਠੀਕ ਹੈ ਯਾਰ ਮੈਨੇ ਬਜਟ 'ਚ ਕਰਨਾ ਹੈ। ਕੁਝ ਕੁ ਬੱਚੇ ਹੁੰਦੇ ਨੌਲੇਜ ਵਾਲੇ ਕਿ ਨਹੀਂ ਯਾਰ ਬਾਈ ਜੀ ਇੱਥੇ ਮੇਰੇ ਫਰੈਂਡ ਗਿਆ, ਮੈਂ ਇੱਧਰ ਜਾਣਾ, ਉੱਥੇ ਮੈਨੂੰ ਰੀਜਨਲ ਏਰੀਆ 'ਚ PR ਵਧੀਆ ਰਿਸਰਚ ਕਰਦੇ ਆ, ਪ੍ਰੋਪਰ ਐਕਸਪਲੋਰ ਕਰਦੇ ਆ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਮਾਇਨੇ ਕਰਦੀਆਂ। ਸੋ ਜਦੋਂ ਵੀ ਤੁਸੀਂ ਇੱਕ ਪ੍ਰੋਪਰ ਜਿਹਨੂੰ ਅਸੀਂ ਐਡਮਿਸ਼ਨ ਟਰਮ ਕਹਿੰਦੇ ਆ, ਉਹ ਇਹ ਡਿਪੈਂਡ ਕਰਦੀ ਹੈ ਕਿ ਤੁਹਾਡੀ ਜਿਹੜੀ ਅਸੈਸਮੈਂਟ ਹੈ ਕਿੰਨੀ ਕੁ ਸਟਰੋਂਗ ਹੈ। ਕਿ ਜੇ ਤੁਸੀਂ ਬੱਚਾ ਪ੍ਰੋਫਾਈਲ ਲੈ ਕੇ ਆਇਆ ਹੈ, ਤੁਹਾਡੀ ਲੈਵਲ ਆਫ ਸਟੱਡੀ, ਕ੍ਰਾਈਕੋਸ ਆਈਡੀ ਵਾਲਾ ਪ੍ਰੋਗਰਾਮ, ਕਿ ਸਭ ਚੀਜ਼ਾਂ ਤੁਹਾਨੂੰ ਮਿਲੀਆਂ। ਜੇ ਚੀਜ਼ਾਂ ਮਿਲੀਆਂ ਤੇ ਕੱਲ ਨੂੰ ਤੁਹਾਡੇ ਲਈ ਕਹਿ ਲਓ ਕਿ ਬੈਨੀਫਿਟ ਦੇਣਗੀਆਂ। ਜੀ 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 ਬਿਲਕੁਲ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ राम राम मैडम जी। ਹਾਂਜੀ ਰਾਮ ਰਾਮ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? रोहित बात कर रहा हूँ मैडम, शर से बात हो जाएगी? ਹਾਂਜੀ ਹਾਂਜੀ, ਤੁਸੀਂ ਸ਼ੋਅ ਦੇ ਵਿੱਚ ਤੁਹਾਡੀ ਕਾਲ ਲੱਗ ਚੁੱਕੀ ਹੈ। ਆਪਣੀ ਪ੍ਰੋਫਾਈਲ ਦੱਸ ਦਿਓ, ਕੀ ਸਵਾਲ ਹੈ ਤੁਹਾਡਾ? सर जी रोहित बात कर रहा हूँ जी साहब से। बोलिए बोलिए सर। मैं कनाडा जाना चाहता हूँ भाई साहब। एक बार मेरा ऑस्ट्रेलिया का रिफ्यूजल है, मैंने +2 करी थी 2019 में जी। ओके। और ओवरऑल मेरे 6.5 बैंड स्कोर आ रहे हैं मैडम। ठीक है। एक मॉड्यूल में 5 रहेगी। ओके ठीक है। तो सर जी हो जाएगा कहीं का हाल? हाँ, देखो रोहित जी एक्चुअली कंसर्न क्या है कि जैसे एक में आपके 5 हैं तो आप ऐसा करो, जैसे आपने ओवरऑल 6.5 तो अप्रोच कर लिए, तो मैं तो आपको यही सजेशन दूंगा कि एक बार आप आइलेट्स का रीटेक कर लो। कि जैसे आपके एक 5 आ गए, ओवरऑल 6.5 हैं, तो आप हार्ड वर्किंग हो तो आप रीटेक कर सकते हो। जस्ट आप एक्चुअली क्या है कि जो आपकी प्रोफाइल है आप अच्छा काम कर सकते हो आगे भी। सो मेरी यही सजेशन है आपको कि एक बार आइलेट्स का रीटेक। कंसल्टेंट के दौरे बात तो हुई थी, वहाँ 5 बके रह गई, हो सके है ऑस्ट्रेलिया द्वारा। नहीं देखो ऑस्ट्रेलिया में क्या होगा डिपेंड करता है, कहते हैं जो एक बार आप ऑस्ट्रेलिया रिफ्यूज हो जाओ तो दूसरी बार वीज़ा गेट करना टिपिकल है। एक्चुअली डिपेंड करेगा, अगर आपने ऑस्ट्रेलिया ही करना है तो हमें आपके पहले एप्लीकेशन फॉर्म चाहिए कि जो आपके प्रीवियस एजेंट ने उस टाइम आपकी हाई कमीशन में क्या डिटेल पंच की थी। अगर तो हम उस चीज़ को रीपॉलिश कर सकते होंगे तो डेफिनेटली आप ऑस्ट्रेलिया का वीज़ा ले सकते हो। और इस प्रोफाइल के ऊपर हमारे पास पैकेजेस भी हैं, पर बट आपके पास अगर तो आपकी प्रीवियस फाइल पड़ी हुई है तो वो हमें एक बार प्रोवाइड करो, ताकि जो हमारा जो वेल ट्रेन स्टाफ है जो ऑस्ट्रेलिया स्पेशलाइज्ड है हम उनसे रीअसेस करवा ले कि आपका कुछ बनता है या नहीं बनता। जी 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 बिल्कुल। तो मैनू पूरी उम्मीद है कि जिन्हें भी दर्शक साडे नाल जुड़ रहे हैं, साडी जो कोशिश है कि ज़्यादा तो ज़्यादा जानकारी तुहाडे तक पहुँचाइए। मैं हमेशा गल करदी हां कि जो
ਜਦੋਂ ਜਿਸ ਕੰਟਰੀ ਵੱਲ ਰੁਝਾਨ ਜ਼ਿਆਦਾ ਵੱਧ ਜਾਂਦਾ ਹੈ ਤਾਂ ਉੱਥੇ ਹੀ ਜੋ ਹੈ ਠੱਗੀਆਂ ਤੇ ਫਰਾਡ ਹੋਣਾ ਵੀ ਥੋੜਾ ਬਿਲਕੁਲ। ਸ਼ੁਰੂ ਹੋ ਜਾਂਦਾ ਹੈ। ਸੋ ਇਸ ਲਈ ਤੁਸੀਂ ਅਵੇਅਰ ਰਹੋ। ਤੁਹਾਨੂੰ ਅਸੀਂ ਹਰੇਕ ਪੁਆਇੰਟ ਜੋ ਹੈ ਇਸ ਸ਼ੋਅ ਦੇ ਜ਼ਰੀਏ ਡਿਸਕਸ ਕਰਕੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਹਾਂ ਤਾਂ ਕਿ ਤੁਸੀਂ ਜਿੱਥੇ ਵੀ ਜਾਓ ਪਹੁੰਚਦੇ ਹੋ ਤਾਂ ਤੁਸੀਂ ਸਵਾਲ ਵੀ ਜ਼ਰੂਰ ਕਰ ਸਕੋ। ਤੇ ਮੈਂ ਇੱਥੇ ਗੱਲ ਕਰਨਾ ਚਾਹੂੰਗੀ ਕਿ ਆਪਾਂ ਇੱਥੇ ਹੁਣ ਆਪਾਂ ਮੰਨ ਸਕਦੇ ਹਾਂ ਜਿਵੇਂ ਇਹ ਇਹਨਾਂ ਦਾ ਕੈਨੇਡਾ ਦਾ ਰਿਫਿਊਜ਼ਲ ਕੇਸ ਹੈ ਤੇ ਜਿੰਨੀਆਂ ਵੀਕ ਪ੍ਰੋਫਾਈਲਸ ਕੈਨੇਡਾ ਲਈ ਸੀਗੀਆਂ ਉਹ ਆਸਟ੍ਰੇਲੀਆ ਲਈ ਬੈਸਟ ਪ੍ਰੋਫਾਈਲਸ ਹੈ। ਡੈਫੀਨੇਟਲੀ ਐਕਚੁਅਲੀ ਕੰਸਰਨ ਕੀ ਹੈ ਕਿ ਇਸ ਟਾਈਮ ਇਹ ਚੀਜ਼ ਦੇਖਣ 'ਚ ਕਿ ਸਾਡੇ ਕੋਲ ਆਈ ਹੈ, ਜਿਵੇਂ ਸਾਡੇ ਕੋਲ ਕੇਸ ਆਉਂਦੇ ਆ, ਬੱਚੇ ਕਹਿੰਦੇ ਆ ਕਿ ਯਾਰ ਉਹ ਇਸ ਟਾਈਮ ਕੁਝ ਬੱਚੇ ਐਵੇਂ ਦੇ ਆ ਜਿਨ੍ਹਾਂ ਦੀ ਫਾਈਲ ਆਪਾਂ ਐਮਬੈਸੀ ਤੱਕ ਪਹੁੰਚਾਣੀ ਹੈ, ਉਹ ਸਾਨੂੰ ਕਹਿ ਰਿਹਾ ਕਿ ਨਹੀਂ ਬਾਈ ਜੀ ਰੁਕ ਜੋ, ਸਾਡਾ ਆਸਟ੍ਰੇਲੀਆ ਕਰ ਦਿਓ। ਜੀ 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 ਕਹਿ ਲਓ ਐਕਚੁਅਲੀ ਕੀ ਹੈ ਕਿ ਬਹੁਤ ਚੀਜ਼ਾਂ ਇਸ ਟਾਈਮ ਸਾਹਮਣੇ ਬਦਲ ਆ ਗਈਆਂ ਰਹੀਆਂ, ਬਹੁਤ ਕੁਝ। ਬਹੁਤ ਚੀਜ਼ ਐਕਚੁਅਲੀ ਗੱਲ ਨਹੀਂ ਸਮਝੇ। ਹੁਣ ਆਸਟ੍ਰੇਲੀਆ ਨੇ ਏਡੀ ਵੱਡੀ ਚੀਜ਼ ਐਮਬੈਸੀ ਫੀਸ ਮਾਫ ਬਿਲਕੁਲ। ਕਰਨਾ, ਵਰਕ ਰਾਈਟਸ ਵਧਾ ਦੇਣਾ, ਵੀਜ਼ਾ ਰੇਟ ਵਧਾ ਦੇਣਾ। ਸੋ ਬੰਦਾ ਸੋਚਦਾ ਯਾਰ ਕਿਉਂ ਨਾ, ਦੇਖੋ ਨਾ ਆਸਟ੍ਰੇਲੀਆ ਦੀ ਕਿਤੇ ਨਾ ਕਿਤੇ ਜਿਹੜੀ ਲੈਵਲ ਆਫ ਦਾ ਰੈਪੂਟੇਸ਼ਨ ਆਫ ਦਾ ਵੀਜ਼ਾ ਉਹ ਹਮੇਸ਼ਾ ਟੌਪ ਤੇ ਲਈ ਰਹੀ ਹੈ। ਜੀ, ਜੀ। ਹੁਣ ਇੱਕ ਬੱਚਾ ਤੁਹਾਨੂੰ ਇੱਕ ਅਰਨਿੰਗ ਪੈਟਰਨ ਤੇ ਸਮਝਾਣਾ, ਜੀ। ਇੱਕ ਬੱਚੇ ਨੇ ਕਹਿ ਲਓ ਕਿ 5 ਸਾਲ ਲਾਇਆ ਆਸਟ੍ਰੇਲੀਆ ਔਰ ਇੱਕ ਬੱਚੇ ਨੇ 10 ਸਾਲ ਲਾਇਆ ਕੈਨੇਡਾ, ਉਹਦੀ ਜੋ ਅਰਨਿੰਗ ਲੈਵਲ ਹੈ ਹਮੇਸ਼ਾ ਆਸਟ੍ਰੇਲੀਆ ਵਾਲੇ ਬੱਚੇ ਦੀ ਜ਼ਿਆਦਾ ਰਹੇਗੀ। ਜੀ, ਜੀ। ਐਕਚੁਅਲੀ ਕੀ ਹੈਗਾ ਕਿ ਆਸਟ੍ਰੇਲੀਆ ਇੰਨਾ ਡੈਂਸ ਪੋਪੂਲੇਟਡ ਨਹੀਂ ਹੈਗਾ। ਹੁਣ ਜਿਵੇਂ ਕੈਨੇਡਾ ਦੇ ਵਿੱਚ ਬਹੁਤ ਇਸ ਟਾਈਮ ਕੰਪੀਟੀਸ਼ਨ ਲੈਵਲ ਅਰੇਜ਼ ਹੋ ਗਿਆ, ਬਟ ਆਸਟ੍ਰੇਲੀਆ ਵਿੱਚ ਇਹ ਚੀਜ਼ਾਂ ਨਹੀਂ ਹੈ। ਹਾਲੇ ਨਹੀਂ ਹੈ, ਆਸਟ੍ਰੇਲੀਆ ਬਿਲਕੁਲ। ਸਟਿਲ ਕਹਿ ਲਓ ਕਿ ਇੱਕ ਕਿ ਬੜੇ ਇਕੁਐਲਿਟੀ ਲੈਵਲ ਤੇ ਇਕਨੋਮਿਕਲੀ ਗੁੱਡ ਲੈਵਲ ਤੇ ਵਰਕ ਕਰ ਰਿਹਾ। ਸੋ ਆਸਟ੍ਰੇਲੀਆ ਦਾ ਅਰਨਿੰਗ ਵੀ ਬੈਸਟ ਹੈਗੀ ਹੈ, ਲਾਈਫ ਸੈਟਲਮੈਂਟ ਵੀ ਹੈਗੀ ਹੈ। ਉਹ ਜੇ ਇਨਵਾਇਰਨਮੈਂਟਲੀ ਗੱਲ ਕੀਤਾ ਜਾਏ ਤੇ ਸੇਮ ਐਸ ਸੱਚ ਇੰਡੀਆ ਵਾਂਗ ਹੈ, ਨਾ ਜ਼ਿਆਦਾ ਬਹੁਤੀ ਠੰਡ ਹੈ ਨਾ ਜ਼ਿਆਦਾ ਗਰਮੀ ਹੈ। ਹੁਣ ਐਕਚੁਅਲੀ ਕੀ ਕੈਨੇਡਾ ਦੇ ਵਿੱਚ ਹੁਣ ਮੇਰੇ ਕੋਲ ਇੱਕ ਬੱਚਾ ਆਇਆ ਦਾ ਸੀ ਜੋ ਸਾਇੰਟੀਫਿਕਲੀ ਮੈਡੀਕਲ ਕੰਡੀਸ਼ਨਸ ਦੇ ਅਕੋਰਡਿੰਗ ਕੇ ਕੇਅਰ ਪ੍ਰੋਫਾਈਲ ਉਹਦੀ ਅੱਛੀ ਹੈ, 6.5 ਨੋ ਲੈਸ ਦੈਨ 6.5 ਹੈ, ਮਤਲਬ 6.5 ਈਚ ਬੈਂਡ ਹੈ ਗਿਆ। ਪਰ ਬੱਚੇ ਦਾ ਕੰਸਰਨ ਨਹੀਂ ਆਈ ਸੀ ਕਿ ਮੈਡੀਕਲ ਕਨਸੈਪਟ ਨੂੰ ਲੈ ਕੇ ਕਿ ਸਰ ਮੇਰੇ ਕੋਲ ਜ਼ਿਆਦਾ ਠੰਡ ਬਰਦਾਸ਼ਤ ਨਹੀਂ ਹੁੰਦੀ, ਇਸ ਕਰਕੇ ਮੈਂ ਕੈਨੇਡਾ ਹੀ ਜਾਣਾ, ਮੈਂ ਆਸਟ੍ਰੇਲੀਆ ਹੀ ਚਾਹਨਾ। ਸੋ ਦੀ ਆਸਟ੍ਰੇਲੀਆ ਵਿੱਚ ਜੋ ਕੋਈ ਕਿੱਦਾਂ ਦੀ ਕੰਡੀਸ਼ਨਸ ਵੀ ਹੁੰਦੀਆਂ, ਨੋ ਡਾਊਟ ਕਿਉਂਕਿ ਬਹੁਤ ਤਰ੍ਹਾਂ ਦੀ ਦੁਨੀਆ ਹੈ, ਤੋਂ ਹਰ ਇੱਕ ਦੇ ਨਾਲ ਜੋ ਫੇਵਰਿੰਗ ਕੰਡੀਸ਼ਨਸ ਹਰ ਇੱਕ ਚੀਜ਼ ਨੂੰ ਲੈ ਕੇ ਆਸਟ੍ਰੇਲੀਆ ਟੂ ਬੀ ਦਾ ਬੈਸਟ। ਜੀ ਬਿਲਕੁਲ। ਤੇ ਇਹ ਅਸੀਂ ਗੱਲ ਜ਼ਰੂਰ ਸਾਨੂੰ ਸਾਰਿਆਂ ਨੂੰ ਸਟੂਡੈਂਟਸ ਨੂੰ ਖਾਸ ਤੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਆਸਟ੍ਰੇਲੀਆ ਇਸੇ ਗੱਲ ਕਰਕੇ ਇੰਨਾ ਫੇਮਸ ਹੈ ਕਿ ਉਹ ਕੁਆਲਿਟੀ ਦੇ ਉੱਪਰ ਬਹੁਤ ਜ਼ਿਆਦਾ ਭਰੋਸਾ ਕਰਦਾ ਹੈ ਤੇ ਅਸੀਂ ਇਹ ਸਭ ਨੂੰ ਚੀਜ਼ ਮੰਨ ਕੇ ਚੱਲਣੀ ਚਾਹੀਦੀ ਹੈ, ਚਾਹੇ ਕਿ ਉਹ ਬਹੁਤ ਸਾਰੀ ਆਫਰਸ ਦੇ ਰਹੇ ਨੇ, ਐਮਬੈਸੀ ਫੀਸ ਮਾਫ ਕਰ ਦਿੱਤੀ ਗਈ ਹੈ, ਵਰਕਿੰਗ ਆਵਰਸ ਵਧਾ ਦਿੱਤੇ ਗਏ ਨੇ, ਪਰ ਉਹ ਆਪਣੀ ਕੁਆਲਿਟੀ ਨਾਲ ਕੰਪਰੋਮਾਈਜ਼ ਬਿਲਕੁਲ ਨਹੀਂ ਕਰੇਗਾ। ਸੋ ਸਟੂਡੈਂਟਸ ਨੂੰ ਵੀ ਬਿਲਕੁਲ ਇਹ ਧਿਆਨ ਰੱਖਣਾ ਚਾਹੀਦਾ ਔਰ ਨਾਲ ਦੀ ਨਾਲ ਹੋਰ ਕੰਸਲਟੈਂਟਸ ਨੂੰ ਵੀ ਜ਼ਰੂਰ ਮੈਂ ਕਹਿੰਦੀ ਹਾਂ ਕਿ ਇਹ ਚੀਜ਼ ਹੁਣ ਸੋਚਣੀ ਚਾਹੀਦੀ ਕਿ ਜਲਦਬਾਜ਼ੀ ਵਿੱਚ ਜੋ ਹੈ ਪ੍ਰੋਫਾਈਲਸ ਉੱਪਰ ਕੰਮ ਨਾ ਕਰਨ, ਕਿਉਂਕਿ ਇੱਕ ਹੁੰਦਾ ਕਿ ਸਟੂਡੈਂਟਸ ਦੀ ਹੋੜ ਵੱਧ ਗਈ ਹੈ, ਰੁਝਾਨ ਵੱਧ ਗਿਆ, ਤਾਂ ਜਲਦਬਾਜ਼ੀ ਵਿੱਚ ਫਿਰ ਮਿਸਟੇਕਸ ਹੁੰਦੀਆਂ ਰਹਿੰਦੀਆਂ ਨੇ। ਬਿਲਕੁਲ ਮਾਜੀ ਦੀ ਤੁਹਾਨੂੰ ਗੱਲ ਦੱਸਦਾ, ਇੱਕ ਕਲਾਇੰਟ ਆਇਆ ਮੇਰੇ ਕੋਲ, ਉਹ ਐਪਲੀਕੇਸ਼ਨ ਲੈ ਕੇ ਆਪਾਂ ਉਹਦੀ ਅਸੈਸ ਕਰ ਰਹੇ ਸੀ। ਉਹ ਦੱਸ ਰਿਹਾ ਕਹਿੰਦਾ ਯਾਰ ਮੇਰੇ ਕੁਲੀਗ ਨੇ, ਮੇਰੇ ਕਜ਼ਨ ਬ੍ਰਦਰ ਨੇ ਫਾਈਲ ਲਗਾਈ ਹੈ, 2 ਦਿਨਾਂ ਦੇ ਵਿੱਚ ਐਮਬੈਸੀ ਦੇ ਵਿੱਚ ਫਾਈਲ ਲੋਕ ਕਰ ਦਿੱਤੀ ਹੈ। ਹੁਣ ਤੁਸੀਂ ਆਪ ਸੋਚੋ ਕਿ ਬੱਚੇ ਦਾ ਆਫਰ ਲੈਟਰ ਵੀ ਮੰਗਵਾਇਆ, ਪੇਪਰ ਵਰਕ ਵੀ ਰੈਡੀ ਕੀਤਾ ਹੋਊਗਾ, ਫੰਡਸ ਵੀ ਰੈਡੀ ਕੀਤੇ ਹੋਣਗੇ, 2 ਦਿਨਾਂ 'ਚ ਕਿਵੇਂ ਪਹੁੰਚਾ ਸਕੇਗਾ? ਕਾਲੀ ਅੱਗੇ ਟੋਏ ਜੀ ਬਿਲਕੁਲ, ਵੇਲੇ ਨਵਾਜ਼ ਕੇ ਵੇਲੇ ਦੀਆਂ ਟੱਕਰਾਂ ਵਾਲਾ ਹਿਸਾਬ। ਹੁਣ ਤੁਸੀਂ ਆਪ ਸੋਚੋ ਕਿ 2 ਦਿਨਾਂ 'ਚ ਬੰਦਾ ਕੀ ਤੁਹਾਡੀ ਪ੍ਰੋਫਾਈਲ ਨੂੰ ਕਿੰਨਾ ਅੱਛਾ ਬਣਾ ਕੇ ਰਿਪਰੈਜ਼ੈਂਟ ਕਰ ਸਕਦਾ। ਉਹ ਤੇ ਹੈ ਕਿ ਫਾਈਲ ਆਈ ਹੈ ਜਸਟ ਕੰਧ ਨਾਲ ਥੇਪਣ ਵਾਲੀ ਗੱਲ ਹੈ ਕਿ ਵੀਜ਼ਾ ਆ ਗਿਆ ਦੁਬਈ ਜੀ 2 ਦਿਨ 'ਚ ਵੀਜ਼ਾ ਲੈ ਲਿਆ, ਨਹੀਂ ਆਇਆ ਤਾਂ ਸੋਰੀ, ਉਸ ਚੀਜ਼ ਦਾ ਕੋਈ ਫਾਇਦਾ ਨਹੀਂ। ਸੋ ਇੱਕ ਚੀਜ਼ ਨੂੰ ਦੇਖੋ, ਟਾਈਮ ਤੋਂ ਪਹਿਲਾਂ ਤੇ ਹੈਸੀਅਤ ਤੋਂ ਜ਼ਿਆਦਾ ਨਾ ਕਦੇ ਮਿਲਿਆ ਨਾ ਕਦੇ ਮਿਲਣਾ। ਸੋ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਜਿਵੇਂ ਤੁਸੀਂ ਕਿਹਾ ਕਿ ਆਸਟ੍ਰੇਲੀਆ ਨੋ ਡਾਊਟ ਵੀਜ਼ਾ ਦੇ ਰਿਹਾ, ਬਟ ਆਪਣੀ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰੂਗਾ। ਬਿਲਕੁਲ, ਜੋ ਉਹਨਾਂ ਦੀ ਕੁਆਲਿਟੀ ਹੈ ਸਟਿਲ ਉੱਥੇ ਆ, ਆਪਾਂ ਇਸ ਚੀਜ਼ ਨੂੰ ਸਮਝੀਏ। ਨੋ ਡਾਊਟ ਆਸਟ੍ਰੇਲੀਆ ਵੀਜ਼ਾ ਰੇਟ ਦੇ ਰਿਹਾ, ਪਰ ਉਹਨਾਂ ਦੀ ਐਲੀਜੀਬਿਲਟੀ ਨੂੰ ਫੁੱਲਫਿਲ ਕਰਾਂਗੇ ਤਾਂ ਹੀ ਅਸੀਂ ਸਕਸੈਸ ਰੇਟ ਨੂੰ ਹਾਸਿਲ ਕਰ ਸਕਦੇ ਹਾਂ। ਜੀ ਬਿਲਕੁਲ। ਤੇ ਸਾਡੇ ਕੋਲ ਸਮਾਂ ਘੱਟ ਹੈ, ਲੇਕਿਨ ਇਹ ਕਾਲ ਜ਼ਰੂਰ ਅਸੀਂ ਰਿਸੀਵ ਕਰ ਲੈਂਦੇ ਹਾਂ। ਹੈਲੋ ਹਾਂਜੀ। ਹੈਲੋ ਹਾਂਜੀ ਮੈਮ, ਯੂਕੇ ਦੇ ਲਈ ਪੁੱਛਣਾ ਸੀਗਾ ਸਰ ਤੋਂ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਮੈਮ ਬੀਏ ਕੀਤੀ ਹੋਈ ਹੈ ਮੈਂ ਹਾਂਜੀ 2018 ਦੇ ਵਿੱਚ, ਤੇ ਉਸ ਤੋਂ ਬਾਅਦ ਕੁਝ ਖਾਸ ਨਹੀਂ ਆ, 6 ਮੰਥ ਜੌਬ ਕੀਤੀ ਸੀਗੀ। ਠੀਕ ਹੈ। ਹਾਂਜੀ 6 ਬੈਂਡ ਹੈ ਬਟ ਨਾਟ ਲੈਸ ਦੈਨ 5.5 ਇਨ 2 ਮੋਡਿਊਲ। ਓਕੇ ਠੀਕ ਹੈ ਜੀ, ਠੀਕ ਹੈ। ਹਾਂਜੀ ਬਿਲਕੁਲ ਡੈਫੀਨੇਟਲੀ ਤੁਸੀਂ ਇਸ ਟਾਈਮ ਯੂਕੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਹੇਅਰ ਇਜ਼ ਅ ਗੁੱਡ ਯੂਨੀਵਰਸਿਟੀ ਆਪਸ਼ਨਸ, ਜਿਵੇਂ ਬ੍ਰੈਡਫੋਰਡਸ਼ਾਇਰ ਹੈ, ਵੋਲਵਰਹੈਂਪਟਨ ਹੈ, ਗ੍ਰੀਨਵਿਚ ਹੈ, ਯੂਨੀਵਰਸਿਟੀ ਆਫ ਈਸਟ ਲੰਡਨ ਹੈ, ਜੋ ਤੁਹਾਨੂੰ ਐਡਮਿਸ਼ਨ ਦੇ ਦੋਗੀ। ਜਿਵੇਂ ਓਵਰਆਲ 6 ਹੈ, 2 ਚੋਂ 5.5 ਆਫਟਰ ਗ੍ਰੈਜੂਏਸ਼ਨ। ਬਟ ਜੇ ਤੁਸੀਂ ਯੂਕੇ ਕਰ ਰਹੇ ਹੋ ਤਾਂ ਇਹ ਚੀਜ਼ ਮਸਟ ਰੱਖਿਓ, ਕਿਉਂਕਿ ਇਸ ਟਾਈਮ ਜੋ ਯੂਕੇ ਦਾ ਰਿਜ਼ਲਟ ਆ ਰਿਹਾ ਉਹ ਜ਼ਿਆਦਾ ਐਮਬੈਸੀ ਇਸ ਟਾਈਮ ਫੋਕਸ ਕਰ ਰਹੀ ਹੈ ਤੁਹਾਡੇ ਫੰਡਸ ਦੇ ਉੱਤੇ, ਤੁਹਾਡੇ ਫਾਈਨੈਂਸ਼ੀਅਲਸ ਦੇ ਉੱਤੇ, ਕਿ ਜੋ ਤੁਸੀਂ ਸੋਰਸ ਆਫ ਇਨਕਮ ਹਾਈ ਕਮਿਸ਼ਨ ਨੂੰ ਜਸਟੀਫਾਈਬਲ ਕਰਵਾ ਪਾ ਰਹੇ ਹੋ ਜਾਂ ਨਹੀਂ ਕਰਵਾ ਰਹੇ। ਜੇ ਤੁਹਾਡੇ ਕੋਲ ਫੰਡਸ
ਫਾਈਨੈਂਸ ਦੀ ਅਵੇਲੇਬਿਲਿਟੀ ਹੈਗੀ ਹੈ, ਸਟਰੋਂਗ ਫਾਈਨੈਂਸ ਤੁਹਾਡੇ ਹੈਗੇ ਆ, ਤੇ ਡੈਫੀਨੇਟਲੀ ਤੁਸੀਂ UK ਅਪਰੋਚ ਕਰੋ ਔਰ ਅੱਛੀ ਯੂਨੀਵਰਸਿਟੀ ਦੇ ਨਾਲ ਤੁਹਾਡਾ ਵੀਜ਼ਾ ਰੇਟ ਬਣ ਸਕਦਾ। ਜੀ 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 ਬਿਲਕੁਲ। ਤੇ ਸ਼ੋਅ ਵਿੱਚ ਸਾਡੇ ਕੋਲ ਹੋਰ ਸਮਾਂ ਨਹੀਂ ਹੈ, ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਉਮੀਦ ਕਰਦੇ ਹਾਂ ਕਿ ਜਿੰਨੀ ਵੀ ਆਪਾਂ ਗੱਲਬਾਤ ਕੀਤੀ ਹੈ, ਡਿਸਕਸ਼ਨ ਕੀਤੀ ਹੈ, ਉਸ ਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੱਕੋਗੇ। ਇਹ ਜਾਣਕਾਰੀ ਸਹੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਜੈਨੂਇਨ ਵੇ ਦੇ ਨਾਲ ਚੱਲਦੇ ਹੋਏ ਆਪਣਾ ਵਿਦੇਸ਼ ਜਾਣ ਦਾ ਸੁਪਨਾ ਜੋ ਹੈ ਸਾਕਾਰ ਕਰ ਸਕੋ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ, ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋ। ਤੇ ਇਸੇ ਤਰੀਕੇ ਨਾਲ ਇਹ ਸ਼ੋਅ ਲੈ ਕੇ ਆਉਂਦੇ ਰਵਾਂਗੇ ਤੇ ਖਾਸ ਗੱਲਾਂ, ਖਾਸ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਫਿਲਹਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦੇ ਇਜਾਜ਼ਤ। ਧੰਨਵਾਦ।